वाहिगुरु जी का खालसा वाहिगुरु जी की फतेह। दसा पातशाहियां दी हाजरा हजूर जोत साहिब श्री गुरु ग्रंथ साहिब जियां दी पावन हजूरी विच बड़े ही अदब सहज शाम के दीवाना विच ही आपां जुड़ बैठे हाँ। जिन्ना भी समा सतगुरां ने बख्शिश कीता है संगत दीयां घड़ियां विच इहनूं सफला बनाइए। चल रहे पावन प्रसंगां दे विचों आप जी ने सरवण कीता सी जिस वेले जयराम राय भोई दी तलवंडी आए ने इत्थों दे नवाब राय बुलार जी ने बड़े ही सत्कार सहित उन्होंने अपने कोल बनाया है। जिथे मिल करके खुशी जाहिर की थी उथे बुलाउण दा सब तो वड्डा कारण दसिया गुरु नानक साहिब जी दे पिता जी घर विच कलेश करदे जिन्हां दीयां लड़ाइयां जिन्हां दे झगड़े जग जाहिर ने। आखण लगे वड्डे भाग होणगे तुहाडे जे तुसीं सतगुरां नूं नाल ले जाओ। गुरु नानक पातशाह जिन्हां दा जीवन बड़ा सादगी भरिया है ते दानी पुरशां वाला है। पिता दा सुभाव संसारी है इसे करके जोड़ नहीं बनता। राय बुलार दे वचनां नूं सुण के जयराम आखण लगे मेरा सुभाग होएगा जे गुरु नानक पातशाह साडे ग्रह आउणगे। वादा करके घर आए ने परिवार नाल मुलाकात हुई है। एक रात इत्थे बतीत कीती है। इन्हां सारे प्रसंगां नूं आप जी ने सरवण कीता है। आओ कुछ समा मन बिरतियां नूं एकाग्र चित बनाइए। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठ लीन भार जा साथ डोले में चढ़वाई कर। गुरु नानक साहिब सच्चे पातशाह जो घर दे विच हमेशा सम अवस्था च ही रहिंदे ने। भाईया जयराम जी आए ने जिन्हां दे नाल सतगुरां दी प्रीत बड़ी है। बंदगी वाले पुरुष ने रात भर बह के वचन विलास करते रहे। चढ़ती सवेर
ਜੈ ਰਾਮ ਜੀ ਤਿਆਰ ਹੋਏ ਨੇ ਤੇ ਸਤਿਗੁਰਾਂ ਦੇ ਭੈਣ ਨਾਨਕੀ ਜੀ ਉਹ ਵੀ ਜਾਣ ਲਈ ਤਿਆਰ ਬਰ ਤਿਆਰ ਹੋ ਗਏ। ਦਿਨ ਚੜ੍ਹਿਆ, ਮਾਪਿਆਂ ਤੋਂ ਆਗਿਆ ਮੰਗੀ ਹੈ। ਬੇਸ਼ੱਕ ਜੈ ਰਾਮ ਜੀ ਆਪਣੇ ਸਹੁਰਾ ਸਾਹਿਬ ਬਾਰੇ ਬੜਾ ਕੁਝ ਜਾਣ ਚੁੱਕੇ ਨੇ, ਪਰ ਉਹ ਚੁੱਪ ਰਹਿੰਦੇ ਨੇ, ਕਿਉਂਕਿ ਰਾਏ ਬੁਲਾਰ ਜੀ ਨੇ ਕਿਹਾ ਦੁਨਿਆਵੀ ਤੌਰ ਤੇ ਕਲਿਆਣ ਚੰਦ ਬਹੁਤ ਚੰਗੇ ਇਨਸਾਨ ਨੇ, ਪਰ ਧਰਮ ਦੇ ਤੌਰ ਤੇ ਉਹਨਾਂ ਨੂੰ ਸਮਝ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਉਹ ਨਾ ਅੱਜ ਪਛਾਣਦੇ ਨੇ, ਨਾ ਕੱਲ ਪਛਾਣਦੇ, ਤੇ ਨਾ ਹੀ ਕਦੇ ਪਛਾਣਨਗੇ ਲੱਗਦਾ ਹੈ। ਇਸੇ ਕਰਕੇ ਜੈ ਰਾਮ ਵੀ ਮਨ ਦੇ ਵਿੱਚ ਕੋਈ ਗੱਲਬਾਤ ਨਹੀਂ ਰੱਖਦੇ। ਉਹਨਾਂ ਨੂੰ ਪਤਾ ਹੈ ਵੀ ਦੋਨਾਂ ਦੇ ਸੁਭਾਅ ਅਲੱਗ-ਅਲੱਗ ਨੇ, ਦੋਨੋਂ ਆਪੋ ਆਪਣੀ ਥਾਂ ਤੇ ਠੀਕ ਨੇ। ਆਗਿਆ ਮੰਗੀ ਹੈ, ਡੋਲੇ ਦੇ ਵਿੱਚ ਨਾਨਕੀ ਜੀ ਨੂੰ ਬਿਠਾਇਆ ਗਿਆ ਹੈ। 4 ਕੁਹਾਰਾਂ ਨੂੰ ਲੈ ਕੇ ਘਰੋਂ ਆਗਿਆ ਲੈ ਕੇ ਜੈ ਰਾਮ ਜੀ ਚੱਲੇ ਹਨ। ਮਿਲ ਸ੍ਰੀ ਨਾਨਕ ਸਾਥ, ਸਾਸ ਸਸੁਰ ਕੋ ਨਮੋ ਕਰ। ਜਿਸ ਵੇਲੇ ਇਹ ਡੋਲਾ ਘਰੋਂ ਨਿਕਲਿਆ, ਜੈ ਰਾਮ ਜੀ ਨੇ ਆਪਣੇ ਸੱਸ ਤੇ ਸਹੁਰੇ ਨੂੰ ਮੱਥਾ ਟੇਕਿਆ, ਉਹਨਾਂ ਅਸੀਸ ਬਖਸ਼ੀ ਹੈ, ਪਿਆਰ ਬਖਸ਼ਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗਲਵਕੜੀ ਪਾ ਕੇ ਮਿਲੇ ਨੇ ਭਰਾਵਾਂ ਵਾਂਗ, ਕਿਉਂਕਿ ਗੁਰੂ ਸਾਹਿਬ ਵੀ ਬੰਦਗੀ ਵਾਲਿਆਂ ਨਾਲ ਬੜਾ ਮੋਹ ਕਰਦੇ ਨੇ। ਪਰ ਜਦ ਕੋਈ ਸੰਸਾਰੀ ਕੋਲੇ ਆ ਜਾਂਦਾ ਹੈ, ਸੰਸਾਰ ਦੀ ਬਿਰਤੀ ਤੇ ਚੱਲਣ ਵਾਲਾ, ਸਤਿਗੁਰੂ ਉਹਦੇ ਨਾਲ ਬੋਲਦੇ ਵੀ ਨੇ, ਕਿਉਂਕਿ ਪਾਂਦੀ ਨਹੀਂ ਹੈ, ਰਾਹੀ ਨਹੀਂ ਆਪਣੇ ਰਸਤੇ ਦਾ, ਤੇ ਨਾ ਹੀ ਨਾਲ ਜਾਣਾ। ਜੈ ਰਾਮ ਜੀ ਲੈ ਕੇ ਆ ਗਿਆ। ਜਿਸ ਵੇਲੇ ਘਰੋਂ ਨਿਕਲੇ ਨੇ, ਦਿਲ ਤੇ ਦਿਮਾਗ ਵਿੱਚ ਰਾਏ ਬੁਲਾਰ ਜੀ ਦੇ ਬੋਲ ਚੱਲਦੇ ਆ। ਉਹਨਾਂ ਕਿਹਾ ਸੀ ਛੇਤੀ ਹੀ ਗੁਰੂ ਨਾਨਕ ਸਾਹਿਬ ਜੀਆਂ ਨੂੰ ਆਪਣੇ ਨਗਰ ਸੁਲਤਾਨਪੁਰ ਲੋਧੀ ਲੈ ਜਾਇਓ। ਮੈਂ ਬੜਾ ਪਰੇਸ਼ਾਨ ਹਾਂ ਇੱਥੋਂ ਦੇ ਹਾਲਾਤਾਂ ਨੂੰ ਵੇਖ ਕੇ। ਜਦ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਵੇਖਦਾ ਹਾਂ, ਪਿਤਾ ਦੇ ਸਾਹਮਣੇ ਖਾਮੋਸ਼ ਹੋਇਆ, ਮੈਥੋਂ ਜਰਿਆ ਜਾਂਦਾ ਨਹੀਂ। ਸਨੇ ਸਨੇ ਪ੍ਰਸਥਾਨ, ਜੁਤ ਦਾਸਨ ਕੇ ਘਰ ਗਿਆ। ਹੁਣ ਜੈ ਰਾਮ ਜੀ ਚਲਦੇ ਚਲਦੇ ਪਹੁੰਚ ਗਏ ਆਪਣੇ ਨਗਰ ਸੁਲਤਾਨਪੁਰ ਲੋਧੀ। ਹੁਣ ਇਹ ਪਰਿਵਾਰ ਖੁਸ਼ੀਆਂ ਨਾਲ ਵਸਦਾ ਹੈ। ਬੇਸ਼ੱਕ ਭੈਣ ਨਾਨਕੀ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਰਹਿੰਦੇ ਨੇ, ਪਰ ਚੇਤੇ ਉਹਨਾਂ ਦਾ ਉੱਥੇ ਹੀ ਹੈ। ਫਿਕਰ ਵੀਰ ਦਾ ਹੀ ਕਰਦੇ ਆ, ਭਰਾ ਦਾ ਕਰਦੇ ਆ। ਵੇਖੀ ਕਿਤੇ ਮੇਰਾ ਪਿਤਾ ਗੁੱਸੇ ਵਿੱਚ ਆ ਕੇ ਮੇਰੇ ਵੀਰ ਨੂੰ ਨਾ ਮਾਰੇ। ਹਰ ਵੇਲੇ ਗੁਰੂ ਨਾਨਕ ਪਾਤਸ਼ਾਹ ਦੀ ਫਿਕਰ ਰਹਿੰਦੀ ਹੈ। ਪ੍ਰੇਮ ਸੀ, ਭੈਣ ਭਰਾਵਾਂ ਵਾਲਾ ਮੋਹ ਨਹੀਂ ਹੈ। ਭੈਣ ਨਾਨਕੀ ਆਪਣੇ ਵੀਰ ਨੂੰ ਵੀਰ ਨਹੀਂ, ਪਰਮੇਸ਼ਰ ਰੂਪ ਜਾਣਦੀ ਹੈ। ਇਸੇ ਕਰਕੇ ਨਮਸਕਾਰ ਕਰਦੀ ਹੈ, ਸਤਿਕਾਰ ਕਰਦੀ ਹੈ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਰਹਿਣ ਲੱਗ ਗਏ, ਕਿਉਂਕਿ ਪਿਤਾ ਜੀ ਬਹੁਤਾ ਨਹੀਂ ਬੁਲਾਉਂਦੇ, ਤੇ ਗੁਰੂ ਸਾਹਿਬ ਵੀ ਉਹਨਾਂ ਦੇ ਪਾਸ ਸਿਰਫ ਮਤਲਬ ਦਾ ਕੰਮ ਹੋਵੇ ਤੇ ਜਾਂਦੇ ਨੇ, ਜਦ ਕੋਈ ਬੁਲਾ ਲੈਣ ਵੈਸੇ ਨਹੀਂ ਕਹਿੰਦੇ। ਕਿਤੇ ਨਾ ਕਿਤੇ ਕਟਾਕਸ਼ ਪਿਤਾ ਵੀ ਰੱਖਦੇ ਨੇ ਵੀ ਇਹ ਕੰਮਕਾਰ ਨਹੀਂ ਕਰਦਾ ਕੋਈ, ਕਦੋਂ ਤੱਕ ਇਹਦਾ ਗੁਜ਼ਾਰਾ ਚੱਲੇਗਾ। ਧੀ ਵਿਆਹ ਦਿੱਤੀ, ਹੁਣ ਵਾਰੀ ਤੇ ਇਹਨਾਂ ਦੀ ਹੈ ਨਾ। ਪਰ ਜੇ ਕੰਮ ਨਹੀਂ ਕਰਨਗੇ, ਕਬੀਲਦਾਰੀ ਕਿੱਥੋਂ ਚੱਕਣਗੇ? ਪਰਿਵਾਰ ਦੀਆਂ ਜ਼ਿੰਮੇਵਾਰੀਆਂ ਪੁੱਤ ਮੇਰਾ ਨਿਭਾਏਗਾ ਕਿਵੇਂ? ਸਿਮਰਤ ਸੁਤਤ ਬਖਾਣ, ਸ੍ਰੀ ਨਾਨਕ ਕੋ ਦੰਪਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਪਤੀ ਪਤਨੀ ਕਰਦੇ ਜਾਂਦੇ ਨੇ, ਜੈ ਰਾਮ ਜੀ ਨੇ ਜਾ ਕੇ ਵੀ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਦੀ ਮਹਿਮਾ ਕੀਤੀ। ਆਪਣੇ ਪਿਤਾ ਪਰਮਾਨੰਦ ਨੂੰ ਆਖਿਆ ਮੈਂ ਗੁਰੂ ਸਾਹਿਬ ਨੂੰ ਲੈ ਕੇ ਆਉਣਾ। ਉਹ ਬੜੇ ਖੁਸ਼ ਸੀ, ਕਹਿੰਦੇ ਬਿਲਕੁਲ ਉਹ ਮਹਾਂਪੁਰਖ ਨੇ, ਸਾਧੂ ਨੇ, ਤਪਸਵੀ ਨੇ, ਜਿਨ੍ਹਾਂ ਦੇ ਘਰ ਆਇਆ ਸਾਡੇ ਘਰ ਨੂੰ 4 ਚੰਨ ਲੱਗ ਗਏ। ਕੁਛ ਪਲ ਲਈ, ਇੱਕ ਰਾਤ ਲਈ ਆਏ ਸੀ, ਜੇ ਸਦਾ ਰਹਿਣਗੇ ਤੇ ਕਿੰਨਾ ਚੰਗਾ ਹੋਏਗਾ। ਉਧਰ ਸਤਿਗੁਰਾਂ ਦੇ ਭੈਣ ਨਾਨਕੀ ਜੀ ਆਪਣੇ ਵੀਰ ਦੀ ਉਡੀਕ ਕਰਦੇ ਨੇ, ਕਦੇ ਤੇ ਸਮਾਂ ਆਊਗਾ
ਜਿਸ ਦਿਨ ਮੇਰਾ ਵੀਰ ਮੇਰੇ ਘਰ ਆਏਗਾ। ਸਵਈਆ ਤਾਂ ਪਛਤਾਤ ਰਹੀ ਜਸ ਭਾਂਤ, ਕਹੋਂ ਤਸ ਗਾਥ ਸੁਣੈ ਸੁਖ ਦਾਨੀ। ਭਾਈ ਬਾਲਾ ਜੀ ਕਹਿੰਦੇ ਆਓ ਦੱਸੀਏ ਹੁਣ ਰਾਏ ਭੋਏ ਦੀ ਤਲਵੰਡੀ ਤੇ ਕੀ ਹੋ ਰਿਹਾ। ਭੈਣ ਜੀ ਦੇ ਜਾਣ ਤੋਂ ਬਾਅਦ, ਵਿਦਾ ਹੋਣ ਤੋਂ ਬਾਅਦ ਗੁਰੂ ਸਾਹਿਬ ਕਦੇ ਕਦੇ ਸਾਡੇ ਘਰ ਆ ਜਾਂਦੇ ਆ। ਭਾਈ ਬਾਲਾ ਜੀ ਮਿਲ ਕੇ ਅਸੀਂ ਕਈ ਵਾਰ ਸੈਰ ਤੇ ਜਾਂਦੇ ਆ, ਘੁੰਮਦੇ ਆ, ਫਿਰਦੇ ਆ, ਸਾਧੂਆਂ ਮਹੰਤਾਂ ਰੱਬ ਦੇ ਪਿਆਰਿਆਂ ਦਾ ਸੰਗ ਕਰਦੇ ਆ। ਕਦੇ ਕਦਾਈ ਸਾਡੇ ਖੇਤਾਂ 'ਚ ਜਾ ਕੇ ਗੁਰੂ ਸਾਹਿਬ ਬੈਠ ਜਾਂਦੇ ਆ, ਪਰ ਪਿਤਾ ਜੀ ਤੋਂ ਥੋੜਾ ਕਿਨਾਰਾ ਹੀ ਰੱਖਦੇ ਆ। ਮਰਜ਼ੀ ਨਾਲ ਭੋਜਨ ਛਕ ਲੈਂਦੇ ਨੇ। ਕਹਿੰਦੇ ਪਿਤਾ ਇਹ ਵੀ ਬਰਦਾਸ਼ਤ ਨਹੀਂ ਕਰਦੇ ਵੀ ਪੁੱਤ ਮੇਰਾ ਸਾਰਾ ਦਿਨ ਵਿਹਲਾ ਤੁਰਿਆ ਰਹਿੰਦਾ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਹੁਣ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ, ਆਪਣੇ ਆਪ ਵਿੱਚ ਆਨੰਦਿਤ ਰਹਿੰਦੇ ਨੇ, ਭਾਵੇਂ ਕੋਈ ਚੰਗਾ ਆਖੇ ਜਾਂ ਕੋਈ ਮਾੜਾ ਆਖੇ। ਯੋਗ ਕੀਰਤਨ ਕੇਤ ਲਿਖੈ, ਵਰਤੈ ਨੱਲੇ ਪਵਖੇ ਪਤਾ ਹਾਨੀ। ਘਰ ਦੇ ਵਿੱਚ ਸਤਿਗੁਰ ਚੌਂਕੜਾ ਲਾ ਕੇ ਬੈਠ ਜਾਂਦੇ ਨੇ, ਜੋਗੀਆਂ ਦੇ ਵਾਂਗ ਬੰਦਗੀ ਕਰਦੇ ਰਹਿੰਦੇ, ਨਿਰਲੇਪ ਰਹਿੰਦੇ ਨੇ। ਘਰ ਵਿੱਚ ਕੀ ਹੋ ਰਿਹਾ ਹੈ, ਦਿਨ ਕਦੋਂ ਹੈ, ਰਾਤ ਕਦੋਂ ਹੈ, ਕਿਸੇ ਚੀਜ਼ ਦਾ ਕੋਈ ਵੀ ਮਾਇਨਾ ਨਹੀਂ ਹੈ। ਨਤੜਕ ਹੋ ਗਈ, ਬੇਪਰਵਾਹ ਹੋ ਗਈ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੀ ਅਵਸਥਾ ਨੂੰ ਜਾਣਦਾ ਸੀ। ਗੁਰੂ ਸਾਹਿਬ ਆਪਣੇ ਮਿੱਤਰਾਂ, ਸੰਗੀਆਂ, ਸਾਥੀਆਂ, ਦੋਸਤਾਂ ਨੂੰ ਬਹੁਤਾ ਨਹੀਂ ਮਿਲਦੇ, ਪਰ ਪਿਤਾ ਜੀ ਨੂੰ ਇਹਨਾਂ ਦਾ ਏਦਾਂ ਬਹਿਣਾ ਵੀ ਚੰਗਾ ਨਹੀਂ ਲੱਗਦਾ। ਬੇਸ਼ੱਕ ਉਹ ਇਬਾਦਤ ਵਿੱਚ ਬੈਠੇ ਆ, ਰੱਬ ਰੱਬ ਕਰਦੇ ਆ, ਆਪਣੇ ਧਿਆਨ ਵਿੱਚ ਜੁੜਦੇ ਨੇ, ਸਾਰਾ ਦਿਨ ਚੌਂਕੜਾ ਲਾ ਕੇ ਸਤਿਗੁਰੂ ਘਰ ਤੋਂ ਬਾਹਰ ਆਉਂਦੇ ਨਹੀਂ। ਜੈਸੇ ਬਦਹਿ ਰਹਿਓ ਗ੍ਰਸਤ ਆਸ਼ਰਮ, ਹੈ ਅਜਲੋ ਪਰਤੱਖ ਕਹਾਣੀ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਤੇ ਪ੍ਰਤੱਖ ਸਨ ਵੀ ਗ੍ਰਸਤ ਆਸ਼ਰਮ ਪਰਿਵਾਰ ਵਿੱਚ ਰਹਿ ਕੇ ਵੀ ਬੇਪਰਵਾਹ ਸਨ। ਨਾ ਕੋਈ ਤਮਾ, ਨਾ ਕੋਈ ਲਾਲਚ, ਨਾ ਕਿਸੇ ਦਾ ਫਿਕਰ ਤੇ ਨਾ ਕਿਸੇ ਦਾ ਡਰ। ਮਾਤਾ ਜੀ ਆਪਣੇ ਪੁੱਤ ਨੂੰ ਕਦੇ ਕੁਛ ਨਹੀਂ ਕਹਿੰਦੇ। ਜਿਸ ਦਿਨ ਪਿਤਾ ਜੀ ਨੇ ਥੱਪੜ ਮਾਰੇ ਸੀ ਨਾ, ਉਸ ਦਿਨ ਤੋਂ ਬਾਅਦ ਮਾਂ ਤ੍ਰਿਪਤਾ ਨੇ ਆਖਿਆ ਸੀ ਪੁੱਤ ਮੈਂ ਤੈਨੂੰ ਕਦੇ ਕੁਝ ਨਹੀਂ ਕਹਿਣਾ, ਤੇਰਾ ਜੋ ਚਿੱਤ ਕਰੇ ਕਰੀ। ਕਿਉਂਕਿ ਮਾਂ ਨੂੰ ਲੱਗਦਾ ਮੇਰਾ ਪੁੱਤ ਘਰ ਖੁਸ਼ ਨਹੀਂ ਹੈ, ਇਹਨੂੰ ਟੋਕਾ ਟਾਕੀ ਪਸੰਦ ਨਹੀਂ ਹੈ। ਪਰ ਪਿਤਾ ਜੀ ਆਦਤ ਤੋਂ ਮਜਬੂਰ ਕਦੇ ਕਦੇ ਆਉਂਦੇ ਜਾਂਦੇ, ਵੱਧ ਘੱਟ ਬੋਲ ਜਾਂਦੇ ਨੇ। ਪਾਵਕ ਬੀਜ ਬਿਭੂਤ ਛਪੈ, ਤਿਵ ਰਾਖੀ ਛਪਾਈ ਕਲਾ ਗੁਣ ਖਾਨੀ। ਹੁਣ ਗੁਰੂ ਸਾਹਿਬ ਨੇ ਆਪਣੀਆਂ ਕਰਾਮਾਤਾਂ, ਆਪਣੀ ਕਲਾ ਸਭ ਕੁਝ ਏਦਾਂ ਛੁਪਾਇਆ ਹੋਇਆ ਹੈ ਜਿਵੇਂ ਦਿਸਣ ਵਾਲੀ ਸਵਾਹ ਦੇ ਵਿੱਚ ਅੱਗ ਹੁੰਦੀ ਹੈ, ਬਾਹਰੋਂ ਤੇ ਉਹ ਰਾਖ ਲੱਗਦੀ ਹੈ, ਠੰਡੀ ਸਵਾਹ ਲੱਗਦੀ ਹੈ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਅੱਗ ਮੱਧਦੀ ਹੁੰਦੀ ਹੈ। ਸਾਰਿਆਂ ਗੁਣਾਂ ਨੂੰ ਗੁਣਾਂ ਦੀ ਖਾਨ ਸੱਚੇ ਪਾਤਸ਼ਾਹ ਨੇ ਛੁਪਾਇਆ ਹੋਇਆ ਹੈ। ਜ਼ਿਕਰ ਹੀ ਨਹੀਂ ਕਿਸੇ ਕੋਲ ਕਰਦੇ, ਅਸੀਂ ਸਾਧੂ ਹਾਂ, ਮਹਾਤਮਾ ਹਾਂ, ਅਵਤਾਰੀ ਪੁਰਸ਼ ਹਾਂ। ਕਹਿੰਦੇ ਆਮ ਵਿਅਕਤੀਆਂ ਵਾਂਗ ਹੀ ਜੀ ਰਹੇ। ਭਾਈ ਬਾਲਾ ਜੀ ਇਹ ਸਭ ਕੁਝ ਜਾਣਦੇ ਆ, ਉਹ ਆਪ ਅੱਖੀ ਵੇਖਿਆ ਹਾਲ ਗੁਰੂ ਅੰਗਦ ਦੇ ਮਹਾਰਾਜ ਨੂੰ ਦੱਸਦੇ ਆ। ਕਹਿੰਦੇ ਪਿਤਾ ਨੂੰ ਇਹ ਅਵਸਥਾ ਚੰਗੀ ਨਹੀਂ ਸੀ ਲੱਗਦੀ। ਅੱਗੇ ਵੀ ਉਹ ਬੜਿਆਂ ਕੋਲ ਗਏ ਨੇ, ਕਾਜੀ ਕੁਤਬਦੀਨ ਕੋਲ ਝਾੜ ਫੂਕ ਕਰਾਉਣ ਵੀ ਕਿਤੇ ਮੇਰੇ ਪੁੱਤ ਨੂੰ ਕੁਝ ਹੋਇਆ ਤੇ ਨਹੀਂ। ਹੁਣ ਗੁਰੂ ਸਾਹਿਬ ਦਾ ਚੁੱਪ ਰਹਿਣਾ ਵੀ ਪਸੰਦ ਨਹੀਂ ਸੀ, ਪਰ ਸਤਿਗੁਰ ਅੰਦਰੋਂ ਜੁੜੇ ਹੋਏ। ਬੇਸ਼ੱਕ ਇੱਥੇ ਜ਼ਿਕਰ ਆਇਆ ਵੀ ਯੋਗੀਆਂ ਵਾਂਗ ਬੈਠੇ ਨੇ, ਪਰ ਉੱਥੇ ਯੋਗੀਆਂ ਨੂੰ ਸਿੱਧੇ ਰਾਹ ਪਾਉਣ ਵਾਲੇ ਇਕਾਗਰ ਚਿੱਤ ਰਹਿੰਦੇ ਨੇ, ਰੱਬ ਤੇ ਨਿਰੰਕਾਰ ਦੇ ਵਿੱਚ ਆਪਾ ਜੋੜ ਕੇ ਰੱਖਦੇ ਨੇ। ਸੋਰਠ ਲਖ ਨ ਸਕੈ ਅਨਜਾਨ, ਬਖੈ ਜੇ ਅਸ ਮਿਲ ਪਰਸ ਪਰ। ਲੋਕ ਆਪਸ ਵਿੱਚ ਮਿਲਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਆਪਣੇ ਆਪਣੇ ਤਕਾਜ਼ੇ ਤੇ ਅੰਦਾਜ਼ੇ ਲਾਉਂਦੇ ਨੇ, ਪਰ ਗੁਰੂ ਸਾਹਿਬ ਨੂੰ ਸੱਚਮੁੱਚ ਕੋਈ ਜਾਣ ਨਹੀਂ ਸਕਦਾ। ਅੰਦਰੋਂ ਕੌਣ ਜਾਣਦਾ ਸੀ? ਨਾਨਕ ਕੌਣ ਸੀ, ਕੈਸੇ ਨੇ? ਕਹਿੰਦੇ ਮੈਂ ਵੀ ਬੜਾ ਕੁਝ ਸੁਣਿਆ, ਮੇਰੇ ਬਾਰੇ ਵੀ ਲੋਕ ਕਹਿੰਦੇ ਸੀ, ਕਹਿੰਦੇ ਵਿਹਲੜ ਦਾ ਯਾਰ ਵਿਹਲੜ ਹੀ ਹੈ, ਇਹਨੇ ਵੀ ਕੁਛ ਨਹੀਂ ਕਰਨਾ।
ਕਲਿਆਣ ਚੰਦ ਦਾ ਪੁੱਤ ਤੇ ਕਰਦਾ ਕੁਛ ਨਹੀਂ, ਆ ਜਿਹੜਾ ਸਾਥੀ ਬਣਿਆ ਇਹਨੇ ਕੀ ਕਰ ਦੇਣਾ, ਇਹ ਵੀ ਉਹਦਾ ਹੀ ਸੰਗੀ ਹੈ। ਪਰ ਕਹਿੰਦੇ ਅਸੀਂ ਹੱਸ ਪੈਂਦੇ ਸੀ ਵੀ ਇਹ ਲੋਕ ਸਾਡੀ ਅਵਸਥਾ ਨਹੀਂ ਜਾਣਦੇ। ਤਰਸ ਆਉਂਦਾ ਸੀ ਲੋਕਾਂ ਦੀ ਹਾਲਤ ਵੇਖ, ਬਿਨਾਂ ਜਾਣੇ ਲੋਕੀ ਕਿੰਨਾ ਕੁਝ ਸੋਚ ਲੈਂਦੇ ਨੇ। ਕਾਜ ਕਠਨ ਜਗ ਜਾਨ, ਬਿਨ ਮਤ ਹੋਈ ਨਾ ਆਵਈ। ਗੁਰੂ ਦੀ ਮਤ ਤੋਂ ਬਗੈਰ ਕੋਈ ਇਹ ਨਹੀਂ ਜਾਣ ਸਕਦਾ ਵੀ ਗੁਰੂ ਕੌਣ ਹੈ, ਸ੍ਰਿਸ਼ਟੀ ਕੀ ਹੈ, ਪਰਮਾਤਮਾ ਕੌਣ ਹੈ। ਗੁਰੂ ਨਾਨਕ ਸਾਹਿਬ ਨਾਲ ਜਦ ਵੀ ਮੁਲਾਕਾਤ ਹੁੰਦੀ ਸੀ ਇੱਕੋ ਹੀ ਗੱਲ ਕਰਦੇ ਸੀ ਵੀ ਸੰਸਾਰ ਦੇ ਭ੍ਰਮਣ ਤੇ ਜਾਣਾ ਹੈ, ਦੁਨੀਆ ਨੂੰ ਤਾਰਨਾ ਹੈ, ਜਿਹੜੇ ਭਰਮਾਂ ਦੇ ਵਿੱਚ ਪਖੰਡਾਂ ਵਿੱਚ ਲੋਕ ਫਸੇ ਨੇ ਉਹਨਾਂ ਨੂੰ ਕੱਢਣਾ ਹੈ। ਤੇ ਸੱਚਮੁੱਚ ਸਾਰਾ ਜੀਵਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੀਰਥਾਂ ਤੇ ਜਾ ਜਾ ਕੇ ਪਖੰਡੀਆਂ ਨੂੰ ਕੰਨਾਂ ਤੋਂ ਫੜ ਕੇ ਸਮਝਾਇਆ ਵੀ ਇਦਾਂ ਕੁਝ ਨਹੀਂ ਹੋਣਾ। ਭਾਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜਾ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰ ਤੀਰਥ ਨਹਾਉਣ ਥੋੜਾ ਗਏ ਆ, ਤੀਰਥਾਂ ਤੇ ਹੁੰਦੇ ਕੁਕਰਮ, ਹੁੰਦੇ ਪਖੰਡ, ਚੱਲ ਰਹੇ ਟੇਢੇ ਰਾਹਾਂ ਤੇ ਲੋਕਾਂ ਨੂੰ ਸਮਝਾਇਆ ਵੀ ਇਹਨਾਂ ਕਰਮ ਕਾਂਡਾਂ 'ਚ ਕੁਝ ਨਹੀਂ ਰੱਖੇ, ਚੰਗੇ ਰਾਹ ਚੱਲੋ, ਸਿੱਧੇ ਹੋ ਕੇ ਚੱਲੋ ਜਿਵੇਂ ਦਾ ਰੱਬ ਨੇ ਬਣਾਇਆ ਹੈ, ਵੜ ਵਿੰਗ ਪਾ ਕੇ ਚੱਲੋਗੇ ਤੇ ਦੁੱਖ ਪਾਓਗੇ। ਤੇ ਗੁਰੂ ਸਾਹਿਬ ਇਹ ਪਿੰਡ ਦੀਆਂ ਜੂਹਾਂ ਛੱਡਣੀਆਂ ਚਾਹੁੰਦੇ ਨੇ। ਬੜੀ ਦੇਰ ਪਹਿਲਾਂ ਹੀ ਸਤਿਗੁਰਾਂ ਨੇ ਭਾਈ ਬਾਲਾ ਜੀ ਨੂੰ ਜ਼ਿਕਰ ਕਰ ਦਿੱਤਾ ਸੀ ਵੀ ਅਸੀਂ ਹੁਣ ਇੱਥੇ ਰਹਿਣਾ ਨਹੀਂ, ਇਹ ਥੋੜੇ ਦਿਨਾਂ ਦੀ ਗੱਲ ਹੈ। ਕਹਿੰਦੇ ਪਿਤਾ ਸਾਡੇ ਬਹੁਤ ਚੰਗੇ ਨੇ, ਦੱਸਿਆ ਹੋਇਆ ਸੀ ਵੀ ਅਸੀਂ ਮਾਇਆ ਪਾਈ ਹੋਈ ਆ ਆਪਣੇ ਪਿਤਾ ਤੇ, ਉਹਨਾਂ ਨੂੰ ਭਰਮਾਇਆ ਹੋਇਆ, ਇਹੀ ਕਾਰਨ ਹੈ ਸਾਨੂੰ ਇਹ ਨਗਰ ਛੱਡ ਕੇ ਜਾਣਾ ਪੈਣਾ। ਤੇ ਜੇ ਗੁਰੂ ਸਾਹਿਬ ਪਿਤਾ ਜੀ ਤੇ ਮਾਇਆ ਨਾ ਆਪਣੀ ਖਿਲਾਰਦੇ ਤੇ ਪਿਤਾ ਤੇ 5 ਮਿੰਟ ਲਈ ਵੀ ਘਰੋਂ ਨਾ ਜਾਣ ਦਿੰਦੇ। ਇਹ ਸਭ ਖੇਡਾਂ ਸੱਚੇ ਪਾਤਸ਼ਾਹ ਹੁਣ ਆਪ ਵਰਤਾਉਣ ਲੱਗੇ ਨੇ। ਸ੍ਰੀ ਬੇਦੀ ਕੁਲ ਚੰਦ, ਰਹਿਤ ਸਮਾਨ ਸੁਭਾਈ ਮੈਂ। ਸਤਿਗੁਰ ਸਮਾਨ ਜੇ ਸੁਭਾਅ ਵਿੱਚ ਰਹਿੰਦੇ ਆ, ਕਵੀ ਲਿਖਦੇ ਜ਼ਿਕਰ ਕਰਦੇ ਨੇ, ਕਹਿੰਦੇ ਹੁਣ ਗੁਰੂ ਸਾਹਿਬ ਦੀ ਕੋਈ ਬਹੁਤੀ ਗੱਲ ਨਹੀਂ ਹੁੰਦੀ। ਅੱਗੇ ਕੋਈ ਕਮਲਾ ਕਹਿੰਦਾ ਸੀ, ਕੋਈ ਸਿਆਣਾ ਕਹਿੰਦਾ ਸੀ, ਹੁਣ ਗੱਲਾਂ ਹੋਣੀਆਂ ਬੰਦ ਹੋ ਗਈਆਂ। ਜ਼ਮਾਨਾ ਕਿੰਨਾ ਕੁ ਤੁਹਾਨੂੰ ਚੰਗਾ ਕਹਿ ਲਏਗਾ, ਦੁਨੀਆ ਕਿੰਨਾ ਕੁ ਮਾੜਾ ਕਹਿ ਲਏਗੀ। ਇੱਕ ਸਮਾਂ ਆਉਂਦਾ ਲੋਕ ਤੁਹਾਡੇ ਬਾਰੇ ਸੋਚਣਾ ਤੇ ਬੋਲਣਾ ਛੱਡ ਜਾਂਦੇ ਆ, ਪਰ ਕੋਈ ਸਮਾਂ ਆਉਂਦਾ ਹੈ ਸਿਰ ਚੜ੍ਹ ਕੇ ਬੋਲਦੇ ਆ। ਭਾਈ ਬਾਲਾ ਜੀ ਆਖਦੇ ਆ, ਕਹਿੰਦੇ ਹੁਣ ਕੋਈ ਜ਼ਿਕਰ ਨਹੀਂ ਕਰਦਾ, ਕਿਉਂਕਿ ਗੁਰੂ ਸਾਹਿਬ ਚੁੱਪਚਾਪ ਰਹਿੰਦੇ ਨੇ। ਸਤਿਗੁਰਾਂ ਦਾ ਨਗਰ ਵਿੱਚ ਰਹਿਣਾ ਏਦਾਂ ਹੈ ਜਿਵੇਂ ਉਹ ਇੱਥੇ ਹੁੰਦੇ ਹੀ ਨਹੀਂ, ਕਾਰੋਬਾਰੀ ਨਹੀਂ ਜਾਣਾ। ਕਹਿੰਦੇ ਵੇਦੀਆਂ ਦੀ ਵੰਸ਼ ਵਿੱਚ ਇਹ ਆਮ ਚਰਚਾ ਹੈ ਵੀ ਨਾਨਕ ਜੀ ਦਾ ਸੁਭਾਅ ਕਿਹੋ ਜਿਹਾ ਹੈ। ਹੁਣ ਇੱਥੇ ਗੱਲ ਆ ਗਈ, ਅੱਗੇ ਲੋਕ ਆਪਣੇ ਅੰਦਾਜ਼ੇ ਲਾਉਂਦੇ ਸੀ, ਕਿਸੇ ਨੇ ਕੁਝ ਕਹਿ ਦੇਣਾ, ਕਿਸੇ ਨੇ ਕੁਝ ਕਹਿ ਦੇਣਾ। ਜਦੋਂ ਲੋਕਾਂ ਦੇ ਅੰਦਾਜ਼ਿਆਂ ਤੋਂ ਗੁਰੂ ਸਾਹਿਬ ਉੱਪਰ ਨਿਕਲੇ ਨਾ, ਹੁਣ ਲੋਕ ਕਹਿੰਦੇ ਕਿਹੋ ਜਿਹੇ। ਪਹਿਲਾਂ ਦੁਨੀਆ ਤੁਹਾਨੂੰ ਮਾੜਾ ਕਹਿੰਦੀ, ਰੱਜ ਕੇ ਜ਼ਮਾਨਾ ਭੰਡਦਾ ਹੈ, ਫਿਰ ਜ਼ਮਾਨਾ ਤੁਹਾਡੀਆਂ ਚੰਗਿਆਈਆਂ ਵੇਖਦਾ ਹੈ। ਜਦੋਂ ਵੇਖਦੇ ਆ ਵੀ ਚੰਗਿਆਈਆਂ ਵਿੱਚ ਵੀ ਫਿੱਟ ਨਹੀਂ ਆਉਂਦਾ, ਬੁਰਾਈਆਂ ਵਿੱਚ ਵੀ ਨਹੀਂ ਆਉਂਦਾ, ਫਿਰ ਲੋਕਾਂ ਦੀ ਤੀਜੀ ਕੋਸ਼ਿਸ਼ ਹੁੰਦੀ ਆ ਪਤਾ ਕਰੋ ਯਾਰ ਹੈ ਕੀ ਹੈ, ਇਹ ਕਿਹੋ ਜਿਹਾ, ਕੀ ਕਰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਨਿਰੰਕਾਰ ਪਰਮੇਸ਼ਰ ਪਰਮਾਤਮਾ ਨੇ, ਪਰ ਉਹਨਾਂ ਸਮਿਆਂ ਵਿੱਚ ਲੋਕਾਂ ਨੇ ਬੋਲਣਾ ਛੱਡ ਦਿੱਤਾ। ਹੁਣ ਤੇ ਪਿਤਾ ਜੀ ਦੀ ਗੱਲ ਹੁੰਦੀ ਹਰ ਵੇਲੇ, ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਹੈ, ਆਪਣੇ ਪੁੱਤ ਨੂੰ ਟਿਕਿਆ ਘਰੇ ਬੈਠਣ ਨਹੀਂ ਦਿੰਦੇ, ਹਰ ਵੇਲੇ ਲੜਦੇ ਰਹਿੰਦੇ ਹਨ। ਕਮਲਨ ਸੇ ਮਤ ਮੰਦ, ਕੈਸੀ ਸਕਹਿ ਪਛਾਣ ਸੋ। ਪਰ ਕਹਿੰਦੇ ਕਮਲਾਂ ਦੇ ਫੁੱਲ ਨੂੰ ਭੌਰੇ ਤੋਂ ਬਗੈਰ ਕੌਣ ਪਛਾਣ ਸਕਦਾ। ਮੱਖੀਆਂ ਸੈਂਕੜੇ ਤੁਰੀਆਂ ਫਿਰਦੀਆਂ, ਕਦੇ ਕਿਸੇ ਨੇ ਮੱਖੀ ਫੁੱਲ ਤੇ ਬੈਠੀ ਵੇਖੀ? ਜ਼ਿੰਦਗੀਆਂ ਲੰਘ ਗਈਆਂ, ਲੰਘ ਵੀ ਜਾਣਗੀਆਂ, ਕਦੇ ਵੀ ਕੋਈ ਮੱਖੀ ਫੁੱਲ ਤੇ ਨਹੀਂ ਬੈਠੀ ਸਿਵਾਏ ਭੌਰਿਆਂ ਤੇ ਸ਼ਹਿਦ ਦੀਆਂ ਤੇ ਮਧੂ ਮੱਖੀਆਂ ਤੋਂ ਬਿਨਾਂ। ਆ ਬਾਕੀ ਮੱਖੀਆਂ ਤੇ ਗੰਦਗੀ ਤੇ ਬੈਠਦੀਆਂ ਨੇ, ਸੱਟਾਂ ਤੇ ਜ਼ਖਮਾਂ ਤੇ ਫੋੜਿਆਂ ਤੇ ਫਿਰਸੀਆਂ ਤੇ ਬੈਠਦੀਆਂ ਨੇ, ਖੁਸ਼ਬੂ ਤੇ ਨਹੀਂ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹਿ ਜਾਏ। ਮੱਖੀ ਦਾ ਸੁਭਾਅ ਹੈ, ਉਹਨੇ ਚੰਦਨ ਛੱਡ ਦੇਣਾ, ਖੁਸ਼ਬੂ ਛੱਡ ਦੇਣੀ ਹੈ। ਜਿੱਥੇ ਬਦਬੂ ਆਏਗੀ, ਗੰਦਗੀ ਹੋਏਗੀ, ਉੱਥੇ ਮੱਖੀ ਬੈਠੀ ਹੋਏਗੀ। ਨਿੰਦਕ ਲੋਕ ਮੰਦੀ ਮੱਤ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਦਾਇਰਾ ਤੇ ਵਿਹੜਾ ਛੱਡ ਗਏ। ਨਾ ਹੁਣ ਮਾੜਾ ਕਹਿੰਦੇ, ਨਾ ਹੁਣ ਚੰਗਾ ਕਹਿੰਦੇ, ਆਪਣੀ ਦੁਨੀਆ ਵਿੱਚ ਰਮਟੇ ਰਹਿੰਦੇ ਨੇ। ਧਰਮ ਤਰੀਨ ਅਗਾਧ, ਅਜ ਵਿਦ ਸਮਾਂ ਬਿਤਾਵਹੀ। ਹੁਣ ਸਤਿਗੁਰ ਜੀ ਸ਼ਾਂਤ ਹੋ ਕੇ ਸਮਾਂ ਬਤੀਤ ਕਰਦੇ ਨੇ। ਕੋਈ ਰੱਬ ਦਾ ਪਿਆਰਾ ਮਿਲ ਜੇ ਮਿਲ ਆਉਂਦੇ ਨੇ, ਕੋਈ ਭੁੱਖਾ ਪਿਆਸਾ ਜੇ ਭੋਜਨ ਛਕਾ ਦਿੰਦੇ ਨੇ। ਹੁਣ ਗੱਲ ਨਹੀਂ ਕਿਸੇ ਨਾਲ ਕਰਦੇ, ਨਾ ਹੀ ਸਮਝਾਉਂਦੇ ਨੇ।
ਤੇ ਨਾ ਹੀ ਕਿਸੇ ਕੋਲ ਬਹਿ ਕੇ ਕੁਝ ਸਮਝਣ ਦਾ ਯਤਨ ਕਰਦੇ। ਉਹ ਸੰਸਾਰ ਦੀਆਂ ਜੂਹਾਂ ਤੋਂ ਉੱਚੇ ਹਨ। ਭਾਈ ਬਾਲਾ ਜੀ ਲਿਖਦੇ ਨੇ, ਕਹਿੰਦੇ ਕੁਝ ਕੁ ਸਮਾਂ ਭੈਣ ਜੀ ਦੇ ਵਿਆਹ ਤੋਂ ਬਾਅਦ ਤਕਰੀਬਨ 6 ਤੋਂ 7 ਮਹੀਨੇ ਸਤਿਗੁਰਾਂ ਨੇ ਏਦਾਂ ਬਤੀਤ ਕੀਤਾ ਏ। ਚੱਲ ਕਰ ਆਇਓ ਸਾਧ, ਏਕ ਦਿਵਸ ਤਲਵੰਡ ਕਾ। ਮਰਦ ਬੈਠੇ ਨੇ ਇੱਕ ਦਿਨ ਚੌਂਕੜਾ ਲਾ ਕੇ ਬੰਦਗੀ 'ਚ, ਕਹਿੰਦੇ ਇੱਕ ਦਿਨ ਕੋਈ ਸਾਧੂ ਆ ਗਿਆ ਰਾਏ ਭੋਏ ਦੀ ਤਲਵੰਡੀ 'ਚ। ਹੁਣ ਅੱਗੇ ਸਾਧੂ ਆਉਂਦੇ ਸੀ ਇੱਕ ਪਿੰਡ ਦੇ ਵਿੱਚੋਂ, ਕਈ ਦਿਨ ਰੁਕਦੇ ਸੀ, ਕਦੇ ਕਿਸੇ ਦੇ ਘਰੋਂ ਭੋਜਨ ਛਕ ਲਿਆ, ਫਿਰ ਪਿੰਡੋਂ ਬਾਹਰ ਜਾ ਕੇ ਸੌਂ ਗਏ। ਦੁਪਹਿਰੇ ਸਵੇਰੇ ਸ਼ਾਮੀ ਛਕਣਾ ਪ੍ਰਸ਼ਾਦਾ। ਗੁਰੂ ਸਾਹਿਬ ਘਰੇ ਬੈਠੇ ਰਹਿੰਦੇ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਆ ਕੇ ਮਰਦ ਨੂੰ ਦੱਸਿਆ ਸਤਿਗੁਰੂ ਸਾਧੂ ਆਏ ਨਾ, ਕਿਉਂਕਿ ਪਿਤਾ ਤੋਂ ਅੱਖ ਬਚਾ ਕੇ ਭਾਈ ਬਾਲਾ ਜੀ ਇਹ ਸੂਤਰਧਾਰ ਦਾ ਕੰਮ ਕਰਦੇ ਸੀ। ਮਰਦ ਨੂੰ ਖਬਰ ਦੱਸਦੇ ਰਹਿੰਦੇ ਸੀ ਕੌਣ, ਕਿਉਂਕਿ ਮਰਦ ਨੇ ਆਖਿਆ ਹੋਇਆ ਸੀ ਬਾਲਾ ਜੀ ਸਾਡੇ ਹੁੰਦਿਆਂ ਕੋਈ ਸਾਧੂ ਮਹਾਂਪੁਰਖ ਰੱਬ ਦਾ ਪਿਆਰਾ ਭੁੱਖਾ ਪਿਆਸਾ ਨਗਰੋਂ ਨਾ ਜਾਵੇ। ਤੇ ਭਾਈ ਬਾਲਾ ਜੀ ਨੇ ਦੱਸ ਦੇਣਾ। ਹੁਣ ਇੱਕ ਦਿਨ ਸਾਧੂ ਆਏ ਹੋਏ ਆ, ਕਹਿੰਦੇ ਉਹ ਸਾਧੂ ਬੜੀ ਤਪੱਸਿਆ ਵਾਲੇ ਸੀ, ਬੰਦਗੀ ਵਾਲੇ ਸੀ, ਉਹ ਪਖੰਡ ਨਹੀਂ ਸੀ ਕਰਦੇ, ਨਾਮ ਜਪਦੇ ਸੀ, ਸਦਾ ਹੀ ਇਕੱਲੇ ਰਹਿੰਦੇ ਹਨ। ਕਬਿਤ ਰੀਤ ਤਨ ਸੰਤ ਕੀ, ਅਤੀਤ ਬੈਠੋ ਆਣ ਇੱਕ। ਨੰਗਰ ਵਹਿਰ ਬਰ ਆਸਨ ਦਸਾਏ ਕੇ। ਹੁਣ ਜਿਹੜੇ ਸਾਧੂ ਆਏ ਨੇ ਨਗਰੋਂ ਬਾਹਰ ਬੈਠੇ ਆ, ਤਨ ਤੇ ਬਸਤਰ ਅੱਧ ਪਚੰਦੇ ਪਾਏ ਆ, ਨਗਨ ਅਵਸਥਾ ਚ। ਰੀਤ ਉਹਨਾਂ ਦੀ ਸਾਧੂਆਂ ਵਾਲੀ ਹੈ, ਦੇਖਣ ਨੂੰ ਪੂਰਨ ਸੰਤ ਲੱਗਦੇ। ਗੱਲ ਦੇਖਣ ਦੀ ਨਹੀਂ ਹੈ ਜੀ, ਅਸਲ ਵਿੱਚ ਹੈ ਜਾਂ ਨਹੀਂ ਗੱਲ ਇਹ ਵੀ ਹੈ। ਸਾਧੂ ਸੰਤ ਸਿਪਾਹੀ ਚੋਰ ਰਾਜੇ ਮਹਾਰਾਜੇ ਦੁਨੀਆ ਦਾ ਹਰ ਸ਼ਖਸ ਦੇਖਣ ਨੂੰ ਚੰਗਾ ਲੱਗਦਾ ਹੈ ਕਿ ਸੱਚਮੁੱਚ ਉਹ ਹੈ ਜੋ ਦਿਸਦਾ ਹੈ। ਇਹ ਤੇ ਅਲੱਗ ਗੱਲ। ਕਹਿੰਦੇ ਦੇਖਣ ਨੂੰ ਉਹ ਸਾਧੂ ਬੜੇ ਤਿਆਗੀ ਲੱਗਦੇ ਸੀ, ਅਤੀਤ ਵਰਾਗੀ ਸਨ। ਘਰ-ਬਾਰ ਪਰਿਵਾਰ ਛੱਡਿਆ, ਕੋਈ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ, ਬਸ ਭੋਜਨ ਮਿਲ ਗਿਆ ਛਕ ਲਿਆ, ਰੱਬ ਦਾ ਸ਼ੁਕਰ ਆਨੰਦ ਮਾਣਦੇ ਆ। ਕਹਿੰਦੇ ਨਗਰੋਂ ਬਾਹਰ ਡੇਰਾ ਲਾਇਆ, ਕਈ ਦਿਨ ਬੈਠੇ ਰਹੇ ਉਹ, ਨਾ ਕੋਈ ਛੰਨ ਪਾਈ ਨਾ ਕੋਈ ਕੁਟੀਆ ਪਾਈ, ਰੁੱਖ ਦੇ ਥੱਲੇ ਸੌ ਜਾਂਦੇ ਆ। ਭਾਈ ਬਾਲਾ ਜੀ ਨੇ ਜਦੋਂ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਤੇ ਮਰਦ ਦੇ ਦਿਲ ਵਿੱਚ ਆਇਆ ਹੈ ਤੇ ਪ੍ਰਮਾਤਮਾ ਆਪ ਹੀ ਸਭ ਕੁਝ ਕਰਦਾ। ਬਾਲਿਆ ਚਲੋ ਫਿਰ ਮਿਲ ਕੇ ਆਈਏ। ਜੇ ਰੱਬ ਦੇ ਪਿਆਰੇ ਆਏ ਆ, ਰੱਬੀ ਰੂਹਾਂ ਨੇ ਦਰਸ਼ਨ ਕਰਨੇ ਚਾਹੀਦੇ ਆ, ਉਹਨਾਂ ਦਾ ਸੰਗ ਕਰੀਏ। ਤਾਹੀਂ ਸਮੇਂ ਸਹਿਜ ਸੁਭਾਏ, ਗਏ ਨਾਨਕ ਜੀ ਵੈਸੇ ਕਰਤਾਰ। ਕਰਤਾਰ ਤਾਂ ਸੁਣਾਈ ਕੇ। ਹੁਣ ਜਿਸ ਵੇਲੇ ਸਤਿਗੁਰਾਂ ਨੂੰ ਇਸ ਗੱਲ ਦਾ ਪਤਾ ਹੈ, ਸਹਿਜ ਸੁਭਾਅ, ਇੱਕ ਦਿਨ ਸਤਿਗੁਰ ਘਰੋਂ ਨਿਕਲੇ ਇਕੱਲੇ। ਅੱਜ ਭਾਈ ਬਾਲਾ ਜੀ ਨਾਲ ਨਹੀਂ ਸਨ, ਪਰ ਹੈ ਪਿੰਡ ਵਿੱਚ ਹੀ ਨੇ। ਗੁਰੂ ਸਾਹਿਬ ਨੇ ਉਹਨਾਂ ਸਾਧੂਆਂ ਨੂੰ ਬੈਠੇ ਵੇਖਿਆ, ਜਾ ਕੇ ਨਮਸਕਾਰ ਕਰ ਦਿੱਤੀ, ਮੱਥਾ ਟੇਕਦਾ ਤੇ ਕੋਲ ਜਾ ਕੇ ਸਤਿਗੁਰਾਂ ਨੇ ਕਿਹਾ ਸਤ ਕਰਤਾਰ ਸਤ ਕਰਤਾਰ। ਉਮਰ ਬਹੁਤ ਛੋਟੀ ਹੈ। ਮਹਾਂਪੁਰਖਾਂ ਨੇ ਨੇਤਰ ਖੋਲੇ, ਵੇਖਿਆ ਉਮਰ ਛੋਟੀ 'ਚ ਕੋਈ ਬਾਲਕ ਖੜਿਆ, ਬੜਾ ਸੋਹਣਾ ਨੂਰਾਨੀ ਜਿਹਾ ਚਿਹਰਾ ਹੈ। ਜਦੋਂ ਸਤ ਕਰਤਾਰ ਸ਼ਬਦ ਸੁਣਿਆ ਖੋ ਪਈ ਦਿਲ ਨੂੰ, ਕਿਉਂਕਿ ਰੱਬੀ ਆਵਾਜ਼ ਹੈ, ਰੱਬ ਦੀਆਂ ਰੂਹਾਂ ਦੀ ਆਵਾਜ਼ ਹੈ, ਆਪ ਪਰਮਾਤਮਾ ਨੇ। ਉਹਨਾਂ ਮਹਾਂਪੁਰਖਾਂ ਨੇ ਨੇਤਰ ਭਰ ਕੇ ਟਿਕ ਟਿਕੀ ਲਾ ਕੇ ਸਤਿਗੁਰਾਂ ਨੂੰ ਤੱਕਿਆ ਏ। ਕੰਚਨ ਕੀ ਮੁੰਦਰਕਾ ਸੁਹਾਈ ਸ਼ਦਰ ਆਂਗਰ में, ਲੋਟਾ ਹਾਥ ਲਿਏ ਉਪਕਾਰੀ ਜੇ ਸੁਭਾਈ ਕੇ। ਸਤਿਗੁਰਾਂ ਨੇ ਜਦੋਂ ਮੱਥਾ ਟੇਕਿਆ, ਮਨ ਵਿੱਚ ਫੁਰਨਾ ਆਇਆ ਵੀ ਸਾਧੂਆਂ ਨੂੰ ਕਦੇ ਖਾਲੀ ਹੱਥ ਨਹੀਂ ਮਿਲੇਗਾ। ਰੱਬ ਦਾ ਪਿਆਰਾ ਕੋਈ ਵੀ ਹੈ, ਚਾਹੇ ਦੁਨਿਆਵੀ ਬੰਦਾ ਹੋਵੇ, ਖਾਲੀ ਹੱਥ ਥੋੜਾ ਜਾਂਦਾ ਹੈ। ਗੁਰੂ ਸਾਹਿਬ ਨੇ ਵੇਖਿਆ ਵੀ ਆਪਣੇ ਕੋਲ ਹੈ ਕੀ ਹੈ। ਮਰਦ ਦੇ ਸੱਜੇ ਹੱਥ ਦੇ ਵਿੱਚ ਸਭ ਤੋਂ ਛੋਟੀ ਉਂਗਲੀ ਦੇ ਵਿੱਚ ਇੱਕ ਸੋਨੇ ਦੀ ਮੁੰਦਰੀ ਪਾਈ ਹੋਈ ਸੀ। ਕਿਉਂ ਪਾਈ? ਵਿਆਹ ਦਾ ਸਮਾਗਮ ਲੱਗਿਆ, ਪਿਤਾ ਨੇ ਆਪਣੇ ਪੁੱਤ ਨੂੰ ਸੋਹਣੇ ਸੋਹਣੇ ਵਸਤਰ, ਸੋਹਣੇ ਗਹਿਣੇ ਬਣਾ ਕੇ ਦਿੱਤੇ ਸੀ, ਪਰ ਮਰਦ ਸੱਚੇ ਪਾਤਸ਼ਾਹ ਨੂੰ ਇਹ ਚੀਜ਼ਾਂ ਪਾਉਂਦੀਆਂ ਨਹੀਂ। ਚਲੋ ਪਾ ਦਿੱਤੀ, ਪਰਿਵਾਰ ਨੇ ਗੁਰੂ ਸਾਹਿਬ ਦੇ ਹੱਥ 'ਚ ਪਾਈ ਹੈ।
ਜਦੋਂ ਮਹਾਰਾਜ ਮੱਥਾ ਟੇਕਦੇ ਮਨ ਚ ਫੁਰਨ ਆਇਆ ਵੇਖ ਕੇ ਵੀ ਇਹ ਕੀ ਕਰਨੀ ਹੈ ਮਿੱਟੀ ਪਾਈ ਆ, ਮਿੱਟੀ ਹੋਈ ਹੈ ਸੋਨਾ, ਮਿੱਟੀ ਚੋਂ ਨਿਕਲਦਾ ਹੈ। ਕਹਿੰਦੇ ਉਤਾਰ ਕੇ ਸਤਿਪੁਰਸ਼ਾਂ ਦੇ ਚਰਨਾਂ ਵਿੱਚ ਮੱਥਾ ਟੇਕਤਾ, ਭੇਟਾ ਕਰਤੀ। ਫਿਰ ਮਨ ਚ ਖਿਆਲ ਆਇਆ ਵੀ ਇਕੱਲੀ ਮੁੰਦਰੀ ਦੇ ਨਾਲ ਇਹਨਾਂ ਦਾ ਕਦੋਂ ਤੱਕ ਗੁਜ਼ਾਰਾ ਹੋਏਗਾ। ਵੇਚ ਲੈਣਗੇ, ਭੋਜਨ ਆਦਿ ਛਕ ਲੈਣਗੇ। ਸਤਿਗੁਰਾਂ ਦੇ ਕੋਲ ਗੜਬਾ ਸੀ ਪਾਣੀ ਵਾਲਾ, ਅੱਗੇ ਸਾਧੂ ਮਹਾਤਮਾ ਰੱਖਦੇ ਸੀ ਗੜਬੇ, ਕਿਉਂਕਿ ਉਹ ਜ਼ਮਾਨਾ ਸੀ ਤੇ ਗੜਬਾ ਇਸ ਲਈ ਰੱਖਦੇ ਸੀ ਵੀ ਪਾਣੀ ਦੀ ਲੋੜ ਹਰ ਵੇਲੇ ਨਹੀਂ। ਤੇ ਹੁਣ ਮਾਡਰਨ ਜ਼ਮਾਨਾ, ਬੋਤਲਾਂ ਸਭ ਕੋਲ ਨੇ, ਇੰਟਰਕੂਲਰ ਗੱਡੀਆਂ 'ਚ ਲੱਗੇ ਹੋਏ ਆ, ਤੇ ਅੱਜ ਦੇ ਸਮੇਂ ਕੋਈ ਗੜਬਾ ਚੱਕੇ ਤੇ ਫਿਰ ਸ਼ਰਮ ਜੀ ਆਉਂਦੀ ਵੀ ਹੈ ਹੀ ਪਖੰਡੀ, ਆਖੋ ਸਮਝਾਓ ਵੀ ਹੁਣ ਕੀ ਲੋੜ ਪਈ ਆ, ਤੇ ਸੈਂਸਰ ਵਾਲੀਆਂ ਟੂਟੀਆਂ ਚੱਲਦੀਆਂ ਨੇ, ਥਾਂ ਥਾਂ ਤੇ ਪਾਣੀ ਅਵੇਲੇਬਲ ਆ, ਗੱਡੀਆਂ 'ਚ ਪਾਣੀ ਹੈ। ਐਡੇ ਐਡੇ ਗੜਬੇ ਪਿੱਤਲ ਦੇ ਚੁੱਕ ਲੈਣੇ ਤੇ ਦਿਖਾਵਾ ਕਰਨਾ, ਇਹ ਕੀ ਫਾਇਦਾ? ਦਿਖਾਵਾ ਹੀ ਹੈ ਨਾ, ਜਦ ਵਰਤੋਂ ਹੀ ਨਹੀਂ ਕਰਨਾ, ਸਿਰਫ ਦਿਖਾਉਣ ਵਾਸਤੇ ਰੱਖਿਆ, ਤੌਲੀਆ ਰੱਖ ਕੇ ਨਾਲ ਚੇਲੇ ਨੇ। ਪਰ ਉਹਨਾਂ ਸਮਿਆਂ 'ਚ ਸਾਧੂ ਗੜਬਾ ਰੱਖਦੇ ਸੀ ਜਿਵੇਂ ਨਿਹੰਗ ਸਿੰਘ ਰੱਖਦੇ ਆ, ਉਹ ਦਿਖਾਵੇ ਲਈ ਨਹੀਂ ਰੱਖਦੇ। ਕਦੇ ਵੇਖਿਓ ਉਹਨੂੰ ਸੋਧਦੇ ਵੀ ਆ, ਮੰਗਦੇ ਵੀ ਆ, 15-15 ਮਿੰਟ, ਅੱਧਾ ਘੰਟਾ ਰੇਤੇ ਨਾਲ ਮਾਂਜਦੇ ਰਹਿੰਦੇ ਆ। ਗੜਬੇ ਰੱਖਣੇ ਸੌਖੇ ਨਹੀਂ। ਸਾਧੂ ਤਪੱਸਵੀ ਰੱਖਦੇ ਸੀ ਕੋਲ, ਪਾਣੀ ਦੀ ਲੋੜ ਪੈ ਸਕਦੀ, ਜਲ ਦੀ ਲੋੜ ਪੈ ਸਕਦੀ ਹੈ। ਗੁਰੂ ਸਾਹਿਬ ਦੇ ਕੋਲ ਕਹਿੰਦੇ ਉਹ ਗੜਬਾ ਸੀ ਸਹਿ ਸੁਭਾਅ। ਬਾਹਰ ਨੂੰ ਜਾਂਦੇ ਜਾਂਦੇ ਮਰਦ ਨੇ ਉਹ ਗੜਬਾ ਵੀ ਰੱਖਤਾ ਮਹਾਂਪੁਰਖਾਂ ਨੇ, ਮੱਥਾ ਟੇਕਦਾ। ਇੱਕ ਸੋਨੇ ਦੀ ਛਾਪ ਤੇ ਦੂਜਾ ਲੋਟਾ, ਲੋਟਾ ਨਾਮ ਹੈ ਗੜਬੇ ਦਾ। ਕਹਿੰਦੇ ਨਮਸਕਾਰ ਕਰਕੇ ਕੋਲੇ ਬਹਿ ਗਏ, ਮਨ ਬੜਾ ਪ੍ਰਸੰਨ ਹੋਇਆ ਏ। ਉਜਤ ਅਤੀਤ ਕੌਣ ਨਾਮ ਤੋਂ ਵਰਨ ਲੀਤ, ਕਹੋ ਭਗਤੀਤ ਨਿਜ ਚੀਤ ਕੀ ਜਨਾਈ ਕੇ। ਉਹ ਅਤੀਤ ਵਰਾਗੀ ਸਾਧੂ ਜਦੋਂ ਉਹਨਾਂ ਨੇ ਵੇਖਿਆ ਵੀ ਬਾਲਕ ਦੇ ਚਿਹਰੇ ਦਾ ਨੂਰ ਬੜਾ ਹੈ ਤੇ ਦਿਲ ਐਡਾ ਵੱਡਾ, ਲਾਗੇ ਸਭ ਕੁਝ ਰੱਖਦਾ, ਉਹਨਾਂ ਨੇ ਫਿਰ ਸਵਾਲ ਕੀਤਾ, ਵੇਖਿਆ, ਸੋਚਿਆ ਵੀ ਕੋਈ ਆਮ ਤੇ ਨਹੀਂ ਹੈ, ਐਡਾ ਦਾਨੀ ਕੌਣ ਹੋ ਸਕਦਾ ਜੀ? ਗੁਰੂ ਪਾਤਸ਼ਾਹ ਨੇ। ਦਾਨ ਦੀਆਂ ਕਿਆ ਬਾਤਾਂ ਕਰੀਏ, ਸਰਵੰਸ ਦਾਨ ਵਿੱਚ ਦੇਣ ਵਾਲੇ ਆ, ਇਹਨਾਂ ਵਰਗਾ ਕੌਣ ਹੋ ਸਕਦਾ? ਦੋ ਤਰ੍ਹਾਂ ਦੇ ਪੁਰਸ਼ ਨੇ, ਇੱਕ ਚੀਜ਼ਾਂ ਲੈ ਕੇ ਖੁਸ਼ ਹੁੰਦੇ ਆ, ਰੱਜਦੇ ਕਦੇ ਨਹੀਂ। ਇੱਕ ਨੂੰ ਦੇ ਕੇ, ਖਵਾ ਕੇ, ਪਹਿਨਾ ਕੇ ਖੁਸ਼ੀ ਮਿਲਦੀ ਹੈ। ਤੇ ਗੁਰੂ ਸਾਹਿਬ ਨੇ ਗੜਬਾ, ਲੋਟਾ ਤੇ ਉਹ ਆਪਣੀ ਛਾਪ ਜਿਹੜੀ ਕੀਮਤੀ ਸੀ ਮਹਾਂਪੁਰਖਾਂ ਦੇ ਸਾਹਮਣੇ ਰੱਖੀ। ਤੇ ਸਾਧੂ ਪੁੱਛਦੇ, ਭਾਈ ਤੂੰ ਕੌਣ ਹੈ? ਮੈਂ ਤੈਨੂੰ ਜਾਣਦਾ ਨਹੀਂ, ਸ਼ਾਇਦ ਹੋ ਸਕਦਾ ਤੂੰ ਮੈਨੂੰ ਪਹਿਲੀ ਵਾਰ ਮਿਲਿਆ ਹੋਵੇ, ਉਮਰ ਵਿੱਚ ਵੀ ਡਿਫਰੈਂਸ ਹੈ। ਇੰਨਾ ਕੁਛ ਨਹੀਂ, ਬਿਨਾਂ ਜਾਣੇ ਲੋਕੀ ਕਿਸੇ ਨੂੰ ਪੈਨ ਨਹੀਂ ਉਧਾਰਾ ਦਿੰਦੇ। ਉਹ ਵੀ ਜੇ ਕਿਸੇ ਨੂੰ ਸਿਗਨੇਚਰ ਸਾਈਨ ਕਰਨ ਵਾਸਤੇ ਦਿੱਤਾ ਜਾਵੇ ਤੇ ਲੋਕ 10 ਰੁਪਏ ਦਾ ਪੈਨ ਵੀ ਕੈਪ ਲਾ ਕੇ ਰੱਖਦੇ ਆ ਵੀ ਇਹਦੇ ਕੰਮ ਨਹੀਂ ਆਉਣਾ, ਆਪੇ ਮੋੜੂਗਾ। ਇੱਥੇ ਆ ਨਾ ਦੁਨੀਆ। ਤੇ ਗੁਰੂ ਸਾਹਿਬ ਨੇ ਗੜਬਾ ਰੱਖਤਾ, ਛਾਪ ਰੱਖਤੀ, ਤੇ ਮਹਾਂਪੁਰਖ ਅੰਦਰੋਂ ਹੈਰਾਨ ਹੋ ਗਏ ਵੀ ਐਡਾ ਵੱਡਾ ਪਿੰਡ ਹੈ, ਦੁਨੀਆ ਵਸਦੀ ਹੈ, ਰੋਟੀ ਤੋਂ ਬਿਨਾਂ ਅਗਲਾ ਕਹਿੰਦਾ ਬਾਬਾ ਰੋਟੀ ਖਾ ਜਾ, ਇਹ ਤੋਂ ਵੱਧ ਤੇ ਕੋਈ ਬੋਲਦਾ ਨਹੀਂ। ਪਰ ਇਸ ਬੱਚੇ ਨੇ ਸੋਨੇ ਦੀ ਛਾਪ ਸਾਹਮਣੇ ਬਿਨਾਂ ਸੋਚੇ ਸਮਝੇ ਰੱਖੀ ਹੈ, ਕਿਉਂਕਿ ਬਾਲਕ ਰੂਪ ਵਿੱਚ ਨੇ, ਮਰ ਇਕੱਲਾ ਹੀ ਆ। ਬਹਿ ਗਏ ਕੋਲੇ। ਸਾਧੂਆਂ ਨੇ ਫਿਰ ਸਵਾਲ ਕੀਤਾ, ਕੌਣ ਹੈ ਭਾਈ? ਇਹ ਸਭ ਕੁਝ ਸਾਨੂੰ ਸੌਂਪਿਆ ਕਿਉਂ ਹੈ? ਨਾਨਕ ਹੈ ਨਾਮ ਨਿਰੰਕਾਰੀ, ਤਨ ਬੀਖ ਜਾਨ ਖਤਰੇ ਕੀ ਜਾਤ, ਗੋਤ ਬੇਦੀ ਮਮ ਜਾਨੀਏ। ਆਪਣੇ ਜੀਵਨ ਵਿੱਚ ਸਭ ਤੋਂ ਪਹਿਲੀ ਵਾਰ ਸਤਿਗੁਰਾਂ ਨੇ ਸ਼ਬਦ ਵਰਤਿਆ, ਕਹਿੰਦੇ ਮਹਾਂਪੁਰਖੋ ਨਾਮ ਹੈ ਸਾਡਾ ਨਾਨਕ ਨਿਰੰਕਾਰੀ। ਪਹਿਲੀ ਵਾਰ ਇਹ ਸ਼ਬਦ ਦੱਸਿਆ। ਤੁਸੀਂ ਸਾਰੀ ਕਥਾ ਪਿੱਛੇ ਸੁਣਦੇ ਆ ਰਹੇ ਹੋ, ਮਰਦ ਨੇ ਕਦੇ ਵੀ ਆਪਣੇ ਨਾਮ ਨਾਲ ਨਿਰੰਕਾਰੀ ਨਹੀਂ ਸੀ ਦੱਸਿਆ। ਕਿਉਂ? ਕਿਉਂਕਿ ਹੁਣ ਨਗਰ ਦੀਆਂ ਜੂਹਾਂ ਤੋਂ ਬਾਹਰ ਆਉਣ ਲੱਗੇ ਆ ਨਾ, ਦੁਨੀਆ ਦੇ ਭਲੇ ਵਾਸਤੇ। ਕਹਿੰਦੇ ਨਾਮ ਸਾਡਾ ਨਾਨਕ ਨਿਰੰਕਾਰੀ ਹੈ। ਜੇ ਤੁਸੀਂ ਇਸ ਚੋਲੇ ਬਾਰੇ ਪੁੱਛਦੇ ਹੋ ਮੈਂ ਕੌਣ ਆ, ਚੋਲਾ ਨਾਮ ਸਰੀਰ ਦਾ ਹੈ। ਕਹਿੰਦੇ ਖੱਤਰੀਆਂ ਦੇ ਘਰੇ ਜੰਮਿਆ, ਬੇਦੀਆਂ ਦੀ ਕੁੱਲ ਦੇ ਵਿੱਚੋਂ ਹੈ, ਪਿਤਾ ਕਲਿਆਣ ਚੰਦ ਦਾ ਪੁੱਤ, ਰਾਏ ਭੋਏ ਦੀ ਤਲਵੰਡੀ ਦੇ ਵਸਨੀਕ ਹਾਂ। ਸਰੀਰ ਦਾ ਡਰੈਸ ਹੈ, ਆਤਮਾ ਦਾ ਨਹੀਂ। ਆਪਾਂ ਆਪਣੇ ਬਾਰੇ ਬੜਾ ਕੁਝ ਦੱਸਦੇ ਹਾਂ, ਪਰ ਸੱਚ ਜਾਣੀਏ ਆਪਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਮਨ ਕਿਹੜੇ ਰੰਗ ਦਾ, ਕਿਹੋ ਜਿਹਾ, ਕਿੱਥੇ ਰਹਿੰਦਾ ਹੈ, ਸਾਡੀ ਰੂਹ ਕਿਹੋ ਜੀ, ਕਿੱਥੇ ਕਿਵੇਂ ਵਸਦੀ ਹੈ, ਤੇ ਉਹ ਕੌਣ ਹੈ। ਤੇ ਸਰੀਰ ਦਾ ਅਸੀਂ ਦੱਸੀ ਫਿਰਦੇ ਹਾਂ ਜੀ, ਮੇਰਾ ਫਲਾਣੀ ਥਾਂ ਤੇ ਘਰ ਹੈ, ਮੇਰੀ ਇੰਨੀ ਜ਼ਮੀਨ ਹੈ, ਇੰਨੇ ਮੇਰੇ ਰਿਸ਼ਤੇਦਾਰ ਨੇ, ਮੈਨੂੰ ਫਲਾਣਾ ਜਾਣਦਾ। ਜੇ ਕੋਈ ਪੁੱਛੇ ਵੀ ਤੂੰ ਕੌਣ ਹੈ, ਕੋਈ ਜਵਾਬ ਨਹੀਂ ਹੈ।
ਨਾਮ ਤੇ ਸਰੀਰ ਦਾ ਰਜਿਸਟ੍ਰੇਸ਼ਨ ਹੋਈ ਹੈ, ਲੋਕਾਂ ਨੇ ਰੱਖਿਆ ਹੋਇਆ, ਪਰਿਵਾਰ ਵਾਲਿਆਂ ਨੇ ਰੱਖਿਆ। ਜਿੱਦਣ ਸਰੀਰ ਖਤਮ ਹੋ ਜੂ ਤੇ ਨਾਮ ਖਤਮ ਹੋ ਜਾਣਾ। ਪਹਿਲਾ ਇਸ਼ੂ ਹੋਇਆ ਸੀ ਬਰਥ ਸਰਟੀਫਿਕੇਟ, ਹੁਣ ਡੈਥ ਦਾ ਹੋ ਜਾਣਾ ਜਿੱਦਣ ਮਰ ਗਿਆ। ਵੀ ਸਾਰੀਆਂ ਸੇਵਾਵਾਂ ਮੁਲਤਵੀ ਕੀਤੀਆਂ ਜਾਂਦੀਆਂ, ਗੱਡੀ ਚੜ ਗਿਆ ਮਰ ਗਿਆ, ਹੈ ਹੀ ਨਹੀਂ ਦੁਨੀਆ ਤੇ, ਖਤਮ ਹੋ ਗਿਆ ਨਾ। ਆਤਮਾ ਨਹੀਂ ਮਰਦੀ, ਮਨ ਨਹੀਂ ਮਰਦਾ, ਰੂਹ ਨਹੀਂ ਮਰਦੀ, ਉਹੀ ਤੇ ਸਾਡਾ ਰੂਹ ਹੈ। ਗੁਰੂ ਸਾਹਿਬ ਨੂੰ ਪੁੱਛਿਆ ਮਰਦ, ਕਹਿੰਦੇ ਸਾਡੇ ਇਸ ਚੋਲੇ ਦਾ ਨਾਮ ਨਾਨਕ ਹੈ। ਨਿਰੰਕਾਰੀ ਹਾਂ ਅਸੀਂ, ਬੇਦੀਆਂ ਦੀ ਕੁਲ ਵਿੱਚ ਜੰਮੇ ਪਲੇ ਆ, ਇਸੇ ਨਗਰ ਦੇ ਵਸਨੀਕ ਆ। ਕਹਿੰਦੇ ਇਹਨਾਂ ਸ਼ਬਦਾਂ ਦਾ ਰਿਦਮ ਬੜਾ ਭਾਰਾ ਸੀ। ਜਦੋਂ ਇਹ ਵਚਨ ਗੁਰੂ ਨਾਨਕ ਸਾਹਿਬ ਜੀ ਨੇ ਆਖੇ ਨਾ, ਮਹਾਂਪੁਰਖ ਅਚਰਜ ਹੋ ਗਏ, ਸੁਣ ਕੇ ਹੈਰਾਨ ਹੋ ਗਏ। ਕਹੈ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ, ਉਤਰ ਬਤਾਏ ਹਮ ਕੌਣ ਤੇ ਪਰਮਾਨੀਏ। ਜਦੋਂ ਮਹਾਂਪੁਰਖਾਂ ਨੇ ਸੁਣਿਆ, ਉਹਨਾਂ ਨੇ ਸਵਾਲ ਕਰਤਾ, ਕਹਿੰਦੇ ਕਾਕਾ ਤੂੰ ਆਪਣੇ ਆਪ ਨੂੰ ਨਿਰੰਕਾਰੀ ਦੱਸਿਆ, ਨਾਨਕ ਤੇਰਾ ਨਾਮ ਹੈ, ਇੱਕ ਗੱਲ ਦੱਸ ਮੈਂ ਕਿਵੇਂ ਯਕੀਨ ਕਰਾਂ, ਕਿਵੇਂ ਪ੍ਰਮਾਣ ਦਵਾਂ ਵੀ ਤੂੰ ਸੱਚਮੁੱਚ ਨਿਰੰਕਾਰੀ ਹੈ। ਨਿਰੰਕਾਰ ਕਿਹਨੂੰ ਕਹਿੰਦੇ ਆ? ਅੱਜ ਕੱਲ ਤੇ ਨਿਰੰਕਾਰੀਆਂ ਦੇ ਨਾਂ ਤੇ ਬੜੇ ਆ ਡੇਰੇ ਡੂਰੇ ਜਿਹੇ ਖੁੱਲੇ ਹੋਏ ਆ ਵੀ ਫਲਾਣਾ ਨਿਰੰਕਾਰੀ ਫਲਾਣਾ। ਅਸਲ ਨਿਰੰਕਾਰੀ ਉਹਨੂੰ ਕਹਿੰਦੇ ਜਿਹੜਾ ਆਕਾਰ ਤੋਂ ਰਹਿਤ ਹੋਵੇ। ਨਿਰੰਕਾਰੀ ਕੋਈ ਵਿਅਕਤੀ ਨਹੀਂ, ਨਿਰੰਕਾਰੀ ਕੋਈ ਵਿਸ਼ੇਸ਼ ਨਹੀਂ। ਨਿਰੰਕਾਰ ਤੇ ਉਸ ਪਰਮਾਤਮਾ ਨੂੰ ਕਹਿੰਦੇ ਆ ਜਿਹਦਾ ਆਪਣਾ ਨਾਮ ਕੋਈ ਨਹੀਂ ਤੇ ਆਕਾਰ ਕੋਈ ਨਹੀਂ। ਪੜ੍ਹਦੇ ਆ ਨਾ ਜਾਪ ਸਾਹਿਬ, ਆਰੰਭਤਾ ਦੇ ਵਿੱਚ ਹੀ ਸਤਿਗੁਰ ਦੱਸਦੇ, ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਾ ਹਿੰਦੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦਗੇ। ਇਹ ਨਿਰੰਕਾਰ ਦੀ ਅਵਸਥਾ ਹੈ, ਉਹਦਾ ਵਿਖਿਆਨ ਕੀਤਾ ਹੋਇਆ ਹੈ, ਜਿਹਦਾ ਕੋਈ ਆਕਾਰ ਨਹੀਂ, ਜਿਹਦੇ ਆਕਾਰ ਤੋਂ ਸਾਰੀ ਦੁਨੀਆ ਬਣੀ ਹੋਈ ਹੈ, ਉਹ ਨਿਰੰਕਾਰ ਹੈ। ਤੇ ਸਾਧੂ ਕਰਨੀ ਵਾਲੇ ਸੀ, ਬੰਦਗੀ ਵਾਲੇ ਸੀ, ਇਸੇ ਕਰਕੇ ਸਵਾਲ ਕਰਤਾ, ਕਹਿੰਦੇ ਬੱਚਾ ਤੂੰ ਆਪਣੇ ਆਪ ਨੂੰ ਨਿਰੰਕਾਰੀ ਦੱਸਿਆ, ਮੈਂ ਕਿਵੇਂ ਮੰਨਾਂ ਤੂੰ ਨਿਰੰਕਾਰੀ ਆ? ਸਤਿਨਾਮ ਸਰਟੀਫਿਕੇਟ ਕੀ ਹੈ, ਕਿੱਦਾਂ ਯਕੀਨ ਕਰ? ਹੁਣ ਕਹਿਣ ਨੂੰ ਮੇਰੇ ਵਰਗਾ ਆਖੇ ਮੈਂ ਬ੍ਰਹਮ ਗਿਆਨੀ ਹਾਂ, ਤੁਹਾਡੇ ਕੋਲ ਕੀ ਪੈਰਾਮੀਟਰ ਆ ਮੈਨੂੰ ਚੈੱਕ ਕਰਨ ਦਾ ਬ੍ਰਹਮ ਗਿਆਨੀ? ਹਾਂ ਆਮ ਵੀ ਬੰਦਾ ਹੋ ਜਾਣਾ। ਫਿਰ ਗੁਰੂ ਸਾਹਿਬ ਕਹਿੰਦੇ ਜੇ ਬ੍ਰਹਮ ਗਿਆਨੀ ਪਰਖਣਾ ਤੇ ਆਪ ਬਣਨਾ ਪੈਣਾ। ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣੇ। ਤੇ ਅਸੀਂ ਤੇ ਫੋਟੋਆਂ ਤੇ ਲਿਖੀ ਫਿਰਦੇ ਆ, ਬੱਸਾਂ ਤੇ ਲਿਖਾਈ ਫਿਰਦੇ ਆ, ਜੜਾ ਖਾਣਾ ਫਲਾਣਾ ਬਾਬਾ ਗੱਡੀ ਚੜ ਗਿਆ, ਉਹ ਵੀ ਬ੍ਰਹਮ ਗਿਆਨੀ। ਜਦ ਤੱਕ ਆਪ ਬ੍ਰਹਮ ਗਿਆਨੀ ਨਹੀਂ ਬਣਦੇ ਉਦੋਂ ਤੱਕ ਪਰਖ ਨਹੀਂ ਸਕਦੇ ਵੀ ਤੂੰ ਹੈ ਜਾਂ ਨਹੀਂ। ਜਦੋਂ ਤੱਕ ਅਸੀਂ ਪੂਰਨ ਸਿੱਖ ਨਹੀਂ ਬਣਦੇ, ਅਸੀਂ ਕਿਵੇਂ ਕਹਿ ਸਕਦੇ ਵੀ ਇਹ ਸਿੱਖ ਪੂਰਨ ਜਾਂ ਇਹ ਬੰਦਾ ਅਧੂਰਾ ਹੈ? ਹੋ ਸਕਦਾ ਬਾਹਰੋਂ ਦੇਖਣ ਨੂੰ ਕੱਚਾ ਪਿੱਲਾ ਲੱਗਦਾ ਹੋਵੇ ਤੇ ਬੰਦਗੀ ਕਿੰਨੀ ਹੋਵੇ, ਜਾਣ ਸਕਦੇ ਨਹੀਂ। ਕਿਸੇ ਵੀ ਚੀਜ਼ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹਨਾਂ ਸਾਧੂਆਂ ਨੇ ਇਸੇ ਕਰਕੇ ਆਖਿਆ, ਕਹਿੰਦੇ ਪੁੱਤਰ ਤੂੰ ਆਪਣੇ ਆਪ ਨੂੰ ਨਿਰੰਕਾਰੀ ਦੱਸਿਆ, ਕਿਹੜਾ ਪ੍ਰਮਾਣ ਹੈ ਤੈਨੂੰ ਨਿਰੰਕਾਰੀ ਸਿੱਧ ਕਰੀ? ਬੜਾ ਗਹਿਰਾ ਸਵਾਲ ਕੀਤਾ ਸੀ, ਬੜਾ ਡਾਢਾ ਤੇ ਡੂੰਘਾ ਏ। ਗੁਰੂ ਸਾਹਿਬ ਮੁਸਕਰਾ ਪਏ। ਰਾਵਰ ਤੋ ਸੰਤ ਰੂਪ ਮਤੋ ਹੈ ਅਨੂਪ ਸ਼ੁਭ, ਭਏ ਨਿਰੰਕਾਰ ਹੂੰ ਕਿ ਭੇਦ ਨਾ ਪਛਾਣੀਏ। ਬੜਾ ਪਿਆਰਾ ਜਵਾਬ ਗੁਰੂ ਸਾਹਿਬ ਨੇ ਦਿੱਤਾ। ਸਤਿਗੁਰ ਕਹਿੰਦੇ ਮਹਾਂਪੁਰਖੋ ਆਪ ਜੀ ਸੰਤ ਰੂਪ ਹੋ, ਜੇ ਤੁਸੀਂ ਰੱਬ ਦੇ ਪਿਆਰੇ ਹੋ, ਬੰਦਗੀ 'ਚ ਭੇਜੇ ਹੋ, ਸੱਚਮੁੱਚ ਖੁਦਾ ਦੇ ਨੇੜੇ ਹੋ, ਤੁਸੀਂ ਨਹੀਂ ਜਾਣਦੇ ਨਿਰੰਕਾਰ ਕੌਣ ਹੁੰਦਾ। ਸਤਿਨਾਮ ਇਹ ਦੱਸਣ ਦੀ ਲੋੜ ਹੈ? ਕਹਿੰਦੇ ਖੰਡ 'ਚ ਸ਼ਹਿਦ 'ਚ ਲਪੇਟਿਆ ਜਵਾਬ ਸੀ ਗੁਰੂ ਸਾਹਿਬ ਦਾ। ਅੰਦਰੋਂ ਆਈ ਬਾਣੀ ਸੀ, ਅੰਦਰੋਂ ਆਏ ਬੋਲ ਸਨ। ਮਹਾਂਪੁਰਖੋ ਤੁਸੀਂ ਸਭ ਕੁਝ ਜਾਣਦੇ ਹੋ। ਹੁਣ ਇਹ ਵੇਖੋ ਵੀ ਜਿਹਦੇ ਨਾਲ ਗੁਰੂ ਸਾਹਿਬ ਬਚਨ ਕਰ ਰਹੇ ਆ ਉਹ ਕੋਈ ਸਾਧੂ ਆਮ ਹੋਣਾ ਨਹੀਂ, ਰੱਬ ਰੂਪ ਹੋਣਾ, ਪੂਰਨ ਸਾਧੂ ਹੋਣਾ। ਮਹਾਰਾਜ ਕਹਿੰਦੇ ਤੁਸੀਂ ਨਿਰੰਕਾਰ ਦੇ ਭੇਦਾਂ ਨੂੰ ਜਾਣਦੇ ਹੋ, ਕਿਉਂਕਿ ਨਿਰੰਕਾਰ ਦੇ ਭੇਦਾਂ ਨੂੰ ਮੇਰੇ ਵਰਗਾ ਨਹੀਂ ਜਾਣ ਸਕਦਾ ਸੰਸਾਰੀ ਬੰਦਾ। ਜਿਹਨੇ ਨਿਰੰਕਾਰ ਨੂੰ ਜਾਣਿਆ, ਜਿਨ ਹਰ ਜਪਿਆ ਸੇ ਹਰ ਹੋਏ। ਰੱਬ ਨੂੰ ਜਪਣ ਵਾਲਾ, ਨਿਰੰਕਾਰ ਨੂੰ ਵੇਖਣ ਵਾਲਾ ਉਹਦੇ ਵਰਗਾ ਹੀ ਹੋ ਗਿਆ। ਉਹ ਨਹੀਂ ਦੱਸ ਸਕਦਾ ਦੁਨੀਆ ਤੇ ਰੱਬ ਕਿਹੋ ਜਿਹਾ। ਇੱਥੇ ਤੇ ਲੋਕਾਂ ਨੂੰ ਪੁੱਛ ਲੋ ਰੱਬ ਕਿਹੋ ਜਿਹਾ, ਕਹਿੰਦਾ ਅੱਖਾਂ ਬੰਦ ਕਰ ਆ ਜਾ ਫਿਰ ਤੈਨੂੰ ਮੈਂ ਵਿਖਾਉਂਦਾ। ਕੰਨ ਕਰ ਲਾ ਮੇਰੇ ਕੋਲ, ਦੱਸਦਾ ਰੱਬ ਕਿਹੋ ਜਿਹਾ। ਅੱਖਾਂ ਘੁੱਟ ਕੇ ਬੰਦ ਕਰ ਦਿਸਦਾ ਹੈ, ਕਹਿੰਦਾ ਹਾਂਜੀ ਭੱਬੂ ਤਾਰੇ ਦੇਖਦੇ, ਕਹਿੰਦਾ ਬਸ ਆਹੀ ਹੈ। ਹੁਣ ਤੇ ਬਿਜ਼ਨਸ ਚੱਲਦਾ ਨਾ ਰੱਬ ਦੇ ਨਾਂ ਤੇ, ਪਰ ਨਹੀਂ। ਨਿਰੰਕਾਰ ਨੂੰ ਜਾਣਨਾ ਖੇਡ ਨਹੀਂ, ਬਸ ਇਦਾਂ ਹੀ ਹੈ ਜਿਵੇਂ ਲੂਣ ਦੀ ਡਲੀ ਸਮੁੰਦਰ ਦਾ ਅੰਤ ਲੈਣ ਜਾਵੇ ਤੇ ਰੱਬ ਦਾ ਪਿਆਰਾ ਰੱਬ ਦਾ ਅੰਤ ਪਾ ਸਕਦਾ ਨਹੀਂ, ਕਦੇ ਵੀ ਨਹੀਂ। ਆਨੰਦ ਲੈ ਸਕਦਾ, ਉਹਦਾ ਰੂਪ ਹੋ ਸਕਦਾ ਏ,
ਗੁਰੂ ਸਾਹਿਬ ਕਹਿੰਦੇ ਮਹਾਂਪੁਰਖੋ ਤੁਸੀਂ ਜਾਣਦੇ ਨਹੀਂ ਨਿਰੰਕਾਰ ਕੌਣ ਹੈ? ਕਹਿੰਦੇ ਮਹਾਂਪੁਰਖ ਨਹੀਂ ਬੋਲੇ। ਗਹਿਰਾ ਜਵਾਬ ਸੀ। ਇਹ ਜ਼ੁਬਾਨ ਦੇ ਤਲ ਵਾਲੀਆਂ ਗੱਲਾਂ ਨਹੀਂ ਵੀ ਉੱਪਰਲੀਆਂ ਗੱਲਾਂ ਨੇ, ਇਹ ਅਨੁਭਵ ਸੀ। ਅਨੁਭਵ ਦੀ ਵਿਚਾਰ ਹੋਰ ਹੁੰਦੀ ਹੈ। ਕਿਤਾਬਾਂ ਦੀਆਂ ਗੱਲਾਂ ਬਾਤਾਂ ਮੇਰੇ ਵਰਗਾ ਪੜ੍ਹ ਕੇ ਸੁਣਾ ਸਕਦਾ, ਪਰ ਅਨੁਭਵ ਵਿੱਚ ਆਏ ਹੋਏ ਬੋਲ ਦਿਲਾਂ ਤੇ ਛਾ ਜਾਂਦੇ ਨੇ। ਗੁਰੂ ਸਾਹਿਬ ਨੇ ਜਿਸ ਵੇਲੇ ਬਚਨ ਆਖੇ, ਸਾਧੂ ਸੁਣ ਕੇ ਹੋਰ ਹੈਰਾਨ ਹੋਏ ਵੀ ਆਮ ਬੱਚਾ ਨਹੀਂ ਹੈ ਇਹ ਕੋਈ ਸੰਸਾਰੀ ਨਹੀਂ, ਸੱਚਮੁੱਚ ਕੋਈ ਨਿਰੰਕਾਰੀ। ਆਖੋ ਸਤਿਨਾਮ ਸੱਚਮੁੱਚ ਹੀ ਹੈ। ਜਿਨ੍ਹਾਂ ਨੇ ਘੁੰਮ ਫਿਰ ਕੇ ਸਵਾਲ ਮੈਨੂੰ ਹੀ ਕਰ ਦਿੱਤਾ ਏ। ऐसी कहवाक लीनी करते उतार शाप लोटे के समेत ताहे दिनी सुख दानिए। गुरु साहब ने अपने हाथ जो छाप लाई, वो छल्ला उतारिया, जो मुंदरी पाई है, लोटे दे समेत महापुरखों के सामने रख के कहते महापुरखो स्वीकार करियो बेटा, प्रवान करियो। महापुरखों के मन ते नेत्र भर आई। एडा वड्डा त्याग इत्थे ते कोई अपनी पसंद दे सवा के कपड़े एक दिन पाउण नूं नहीं दे सकदा किसी ते गुरु साहब दे हत्थ विच पाई होई सोने दी मुंदरी, सोने दी छाप पिता ने लाडां चावां नाल विआह च बनवा के दित्ती है भैण दे विआह दे विच भी पुੱਤ तू पटवारी दा पुੱਤ है, सोने सोने गहने पा के रही, सोने वस्त्र पा के रही। ते मर्द सच्चे पातशाह ने अपने आनंद विच आके महापुरखों नूं भेटा कर दित्ती। कहंदे स्वीकारियो भेटा प्रवान करो। कहे पुन संत हमें पहुंची सो लेहो अब नहीं मोहि काम निज धाम लै सदाई। अगो संत भी पूरे सी, रब दे प्यारे भी बंदगी वाले सी। दोने हाथ जोड़ के आखन लगे बच्चा बेटा तुसी ये सानू भेटा कर दित्ती, असी स्वीकार कर लईए, इहनूं हुण अपने घरे लै जाओ। आखो सतनाम। एक छाप ते दूजा लोटा। अज दे समय है कोई इदां दा साथ? कोई है इहो जिहा गुरसिख होवे कोई रब दा प्यारा आखे जी मैनूं नहीं चाहीदी ये चीज़? नहीं, औखा है। पर विरले ने गुरु साहब के सन्मुख उन्होंने हाथ ला के अगे कर दी। तुसी रखो प्रवान कर लिया, तुहाडा ये ते भावना है ना। गुरु भी ते भावना प्रवान करते हैं। साडी भावना भी जट जारे ही मरद है। 10वें पातशाह कहते जे भावना नहीं तेरा करोड़ा चढ़ाया भी किसी काम नहीं, जे तेरी भावना ते एक कौडी भी प्रवान है। कौडी का भाव की है? भावना बिरती जिहड़ी उहदे पिछे लगी हुई। महापुरख आखन लगे पुत्र जी घर लै जाओ इहनूं, असी की करना फकीरां ने लोटे दा जद कि जरूरत होती है। असी की करनी है सोने की मुंदरी जेब विच पा लांगे, चिंता पा के रखेगी। सुभाविक गल है, सोना कन्ना च पा लो, गल विच पा लो, हथ च पा लो, बस मन नूं रोग जिहा लग्या रहिंदा भी मैं कुछ पाया होया है, कोई खो ना लवे, किते डिग ना जाए। सवेरे उठ के भी बंदा वेखदा किते गहना तो नहीं गिर गया, तुरदा फिरदा भी सोचदा, चिंता ही लगी रहिंदी हर वेले। ते रब दे प्यारे कहंदे ये चीज़ां नूं क्यों सताउणा है? नेड़े लागे मन नूं, मन ते पहला ही बड़ा कलपदा। जदों इहो जिहियां चीज़ां नेड़े आ जांदियां मन कित्थे शांत रहिंदा, रब कित्थे मिल जूगा, कित्थे नेड़े आ जूगा। यही कारण है महापुरख रब दे प्यारे जिहड़े उन्हां दा संग करदे ने स्पष्ट आखदे, कहंदे भाई दुनियावी गहणियां दा संग छड्ड दिओ, शुभ गुणां दे गहणे पा लो, वेखो आनंद किन्ना जी। महापुरख कहते पुत्र मैं इस छाप नूं की करना है, मैं कोले रख के साध भी नहीं रह सकता। सुभाविक गल है, तुहाडी जेब च 5000 10,000 20,000 रुपया होवे, वो टिकने नहीं दिंदा जदों तक मुकदा नहीं। किते ना किते आउंदा ख्याल चल मनाली जा आईए, शिमले जा आईए, आ कर आईए, आ खरीद ली, आ लै लीए। जदों फिर मुक जाण बंदा टेक के बैठे हुंदा, कोई आखे चलिए फलानी था, कहंदा यार है नहीं कुछ टिकिया ना। माया टिकण नहीं दिंदी। सोना चांदी हीरे जवाहरात माया दी एक छोटी जी अंश है, जिहदी चमक दमक दा प्रभाव मन ते इन्ना पैंदा है जिवें सोना घसाओ हथ काला करदा है, चांदी घसाओ हथ काला करदी है। माया दे सिक्के ते नोटां नूं गिण लो, हथ भी काले कर दिंदे आ, ते फिर मन काला क्यों नहीं होगा? खुदा दा नाम जिहड़ा होर 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 करदा है। साधु त्यागी सी, कहंदे पुत्र मैनूं नहीं चाहिए, तुसीं प्रेम नाल भेटा कीती, असीं प्रेम नाल स्वीकार कर लए, एक्सैप्ट कर लए, पर बेनती है घर लै लो,
ਆਪਣੇ ਘਰੇ ਜਾ ਕੇ ਰੱਖ ਦਿਓ। ਏਕ ਵਰ ਦੀ ਕਰ ਤਾਹੇ ਕੋ ਸੋਲੇ ਹਮ, ਦੇਤ ਕਰ ਲੇਤ ਜੋਨ ਧਰਮ ਲਜਾਈਏ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਉਹ ਲੋਟਾ ਗੜਬਾ ਤੇ ਛਾਪ ਰੱਖਦੀ ਨਾ, ਮਹਾਂਪੁਰਖਾਂ ਨੇ ਹੱਥ ਲਾ ਕੇ ਵੀ ਪ੍ਰਵਾਨ ਹੋ ਗਈ, ਤੇ ਗੁਰੂ ਸਾਹਿਬ ਨੇ ਹੱਥ ਨਾਲ ਢੱਕ ਕੇ ਅੱਗੇ ਕਰ। ਪਤਾ ਕੀ ਕਹਿੰਦੇ? ਮਹਾਂਪੁਰਖੋ, ਇੱਕ ਵਾਰ ਜਿਹੜੀ ਚੀਜ਼ ਦਿੱਤੀ ਜਾਏ ਨਾ, ਉਹਨੂੰ ਵਾਪਸ ਲੈਣਾ ਧਰਮ ਨਹੀਂ ਹੁੰਦਾ, ਨਿਰਾ ਪਾਪ ਹੁੰਦਾ। ਆਖੋ ਸਤਿਨਾਮ। ਚੀਜ਼ ਲੈ ਕੇ ਵਾਪਸ ਕਰ ਦੇਣੀ ਪਾਪ ਦੀ ਨਿਸ਼ਾਨੀ ਹੈ। ਕਹਿੰਦੇ ਜੋ ਦੇ ਦਿੱਤਾ ਸੋ ਦੇ ਦਿੱਤਾ, ਕਿਉਂਕਿ ਮੈਂ ਮਨ ਕਰਕੇ ਤੁਹਾਨੂੰ ਸੌਂਪ ਦਿੱਤਾ ਹੈ। ਜਿਹੜੀ ਚੀਜ਼ ਤੁਹਾਨੂੰ ਦੇਤੀ ਉਹ ਤੇ ਮੇਰਾ ਕੀ ਹੱਕ ਹੈ? ਨਹੀਂ ਹੈ। ਬਸ ਇਹ ਸੇਵਾ ਦੀ ਭਾਵਨਾ ਹੈ, ਇਹਨੂੰ ਅਸਲ ਭਾਵਨਾ ਕਹਿੰਦੇ ਆ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬੜੇ ਗਹਿਰੇ ਸਨ। ਕਹਿੰਦੇ ਜਿਸ ਵੇਲੇ ਬਚਨ ਸੁਣੇ ਸਾਧੂ ਰੱਬ ਦੇ ਪਿਆਰੇ, ਮਨ ਭਰਿਆ ਏ, ਐਡਾ ਤਿਆਗ। ਮਰਦ ਕਹਿੰਦੇ ਨਹੀਂ, ਅਸੀਂ ਨਹੀਂ ਲੈ ਕੇ ਜਾਣਾ। ਭਾਵੇਂ ਸੋਨੇ ਦੀ ਛਾਪ ਕਿਉਂ ਨਾ ਹੋਵੇ, ਹੀਰੇ ਕਿਉਂ ਨਾ ਜੜੇ ਹੋਣ, ਜਿਹੜੀ ਵਸਤੂ ਮਹਾਂਪੁਰਖੋ ਤੁਹਾਡੇ ਨਾਂ ਕਰਤੀ, ਤੁਹਾਨੂੰ ਭੇਟਾ ਕਰਤੀ, ਉਹ ਫਿਰ ਮੇਰੀ ਕਿਵੇਂ ਹੋਈ? ਮੈਂ ਨਹੀਂ ਸਵੀਕਾਰ ਸਕਦਾ। ਇਹ ਹੁਣ ਲੋਟਾ ਤੁਸੀਂ ਰੱਖੋ, ਇਹ ਹੁਣ ਛਾਪ ਤੁਸੀਂ ਰੱਖੋ, ਸਾਡੇ ਵੱਲੋਂ ਤੁੱਛ ਭੇਟਾ ਸਵੀਕਾਰ ਕਰਿਓ। ਹੋਏ ਕੈ ਪ੍ਰਸੰਨ ਸੰਤ ਕਹਿਤ ਪਰਸ਼ਨ ਬੀਖ, ਲੇਤ ਕਰ ਤਾਰ ਸੁਧ ਐਸੀ ਜਾਣ ਪਾਈਏ। ਸਭ ਖੁਸ਼ ਹੋ ਗਏ, ਪ੍ਰਸੰਨ ਹੋਏ। ਛਾਪ ਕਰਕੇ ਨਹੀਂ, ਗੜਬੇ ਕਰਕੇ ਨਹੀਂ, ਕਿਤੇ ਨਾ ਕਿਤੇ ਅੰਦਰੋਂ ਖਿਆਲ ਆਇਆ, ਲੱਗਦਾ ਰੱਬ ਸਾਨੂੰ ਪਰਖਣ ਧਰਤੀ ਤੇ ਆਪ ਆਇਆ ਹੋਇਆ। ਆਖੋ ਸਤਿਨਾਮ। ਪਰਖਣ ਸੱਚੀ ਆਇਆ ਹੋਇਆ ਸੀ। ਤੇ ਜੇ ਮਰਦ ਛਾਪ ਰੱਖਦੇ, ਲੋਟਾ ਰੱਖਦੇ, ਤੇ ਹੁੰਦਾ ਮੇਰੇ ਵਰਗਾ ਸਾਧੂ ਨੇ ਕਹਿਣਾ ਸੀ ਇੱਧਰਲੀ ਜੇਬ ਚ ਪਾ ਦੇਗਾ, ਕੋਈ ਗੱਲ ਕੰਮ ਆ ਜੂਗੀ ਕਿਤੇ। ਅੱਜ ਨਹੀਂ ਕਦੇ ਫਿਰ ਰੇਟ ਵੱਧ ਜੂਗਾ, ਫਿਰ ਵੇਚ ਲਾਂਗੇ, ਤਮਾ ਲੱਗੀ ਰਹਿੰਦੀ ਬੰਦੇ ਨੂੰ ਹਰ ਵੇਲੇ। ਪਰ ਉਹ ਸਾਧੂ ਸ਼ੁਕਰ ਕਰਦੇ ਨੇ, ਮੈਨੂੰ ਲੱਗਦਾ ਇਹ ਕਰਤਾਰ ਪਰਮੇਸ਼ਰ ਨਿਰੰਕਾਰ, ਤਾਂ ਹੀ ਤੇ ਕਿਹਾ ਉਹਨਾਂ ਨੇ ਵੀ ਅਸੀਂ ਨਾਨਕ ਨਿਰੰਕਾਰੀ ਆ। ਹੁਣ ਸਮਝ ਆ ਗਈ ਸਾਧੂ ਵੀ ਸੱਚੀ ਰੱਬ ਮੈਨੂੰ ਪਰਖਣ ਆਇਆ। ਤੇ ਕਿੱਡੀ ਵੱਡੀ ਪਰਖ ਦੀ ਘੜੀ ਸੀ, ਜਿਸ ਘੜੀ ਚੋਂ ਰੱਬ ਦਾ ਪਿਆਰਾ ਪਾਸ ਹੋ ਗਿਆ। ਆਖੋ ਸਤਿਨਾਮ। ਕਿੱਡੀ ਵੱਡੀ। ਕਈ ਵਾਰ ਦੁਨੀਆ ਸਾਨੂੰ ਪਰਖਦੀ ਹੁੰਦੀ, ਅਸੀਂ ਫੇਲ ਹੋ ਜਾਂਦੇ ਆ। ਹੋ ਸਕਦਾ ਮੇਰੀ ਸੋਚ ਦਾ ਦਾਇਰਾ ਇੱਥੇ ਤੱਕ ਖੜਾ ਹੋਵੇ ਤੇ ਸਾਹਮਣੇ ਵਾਲਾ ਮੈਨੂੰ ਪਤਾ ਨਹੀਂ ਜਿੱਥੇ ਮੇਰਾ ਦਾਇਰਾ ਖਤਮ ਹੁੰਦਾ ਹੈ ਤੋਂ ਅੱਗੇ ਜਾ ਕੇ ਪਰਖਦਾ ਹੋਵੇ ਵੀ ਬੰਦਾ ਕੀ ਕਰਦਾ ਹੈ, ਕੀ ਸੋਚਦਾ, ਕਿੱਥੇ ਤੱਕ ਪਹੁੰਚ ਹੈ। ਪਰ ਮੈਂ ਆਪਣੀ ਪਹੁੰਚ ਤੋਂ ਅੱਗੇ ਦੀ ਗੱਲ ਕਰ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਪ੍ਰੇਮ ਦੇ ਵਿੱਚ ਤੋਹਫਾ ਦਿੱਤਾ, ਸਾਧੂਆਂ ਨੇ ਫਿਰ ਸਵੀਕਾਰ ਕਰ ਲਿਆ ਵੀ ਜੇ ਰੱਬ ਆਪ ਪਰਖਣੇ ਆਇਆ ਹੈ, ਹੁਣ ਦਾਤਾਂ ਬਖਸ਼ਿਸ਼ਾਂ ਵੀ ਰੱਬ ਨੇ ਦਿੱਤੀਆਂ। ਆਖੋ ਸਤਿਨਾਮ। ਸੰਭਾਲ ਕੇ ਰੱਖਣਾ, ਪੈਸਾ ਜਾਣ ਕੇ ਨਹੀਂ, ਮਾਇਆ ਜਾਣ ਕੇ ਨਹੀਂ, ਬਖਸ਼ਿਸ਼ ਜਾਣ ਕੇ। ਜਿਹੜੀ ਬਖਸ਼ਿਸ਼ ਹੁੰਦੀ ਹੈ ਨਾ, ਉਹਨੂੰ ਆਪਾਂ ਵਰਤਦੇ ਹਾਂ। ਗੁਰੂ ਸਾਹਿਬ ਦੇ ਘਰੋਂ ਮਿਲਿਆ ਹੋਇਆ ਸਿਰੋਂ ਪਾਓ ਕਈ ਗੁਰੂ ਦੇ ਪਿਆਰਿਆਂ ਨੇ ਬੜੇ ਅਦਬ ਨਾਲ ਸੰਭਾਲ ਕੇ ਰੱਖਿਆ ਹੁੰਦਾ ਹੈ। ਨਮਸਕਾਰ ਕਰਦੇ ਆ ਵੀ ਇਹ ਚੀਜ਼ ਗੁਰੂ ਸਾਹਿਬ ਦੇ ਦਰ ਤੋਂ ਪ੍ਰਾਪਤ ਹੋਈ ਹੈ, ਇਹ ਸੰਭਾਲਣੀ ਹੈ। ਕਿਤੇ ਆਪਾਂ ਕੋਈ ਸ਼ਸਤਰ ਲੈ ਆਉਨੇ ਆ, ਕੜਾ ਲੈ ਆਉਨੇ ਆ, ਸਿਮਰਨਾ ਲੈ ਆਉਨੇ ਆ, ਉਹ ਸੰਭਾਲ ਕੇ ਰੱਖਦੇ ਆ ਆਪਾਂ ਵੀ ਇਹ ਕਿਰਪਾਨ ਉੱਥੋਂ ਲਿਆਂਦੀ ਸੀ ਜੀ, ਉੱਥੋਂ ਦੀ ਨਿਸ਼ਾਨੀ ਹੈ, ਇੱਕ ਤੋਹਫਾ ਹੈ, ਪ੍ਰੇਮ ਹੈ। ਉਹਨਾਂ ਮਹਾਂਪੁਰਖਾਂ ਨੇ ਛਾਪ ਚੁੱਕੀ, ਲੋਟਾ ਚੁੱਕਿਆ, ਆਪਣੇ ਜਿਹੜੀ ਨਾਲ ਇੱਕ ਕੰਬਲੀ ਦੀ ਬੁਕਲੀ ਸੀ ਉਹ ਚ ਪਾ ਲਿਆ। ਖੁਸ਼ ਬੜੇ ਆ, ਪਦਾਰਥਾਂ ਕਰਕੇ ਨਹੀਂ, ਖੁਸ਼ ਇਸ ਕਰਕੇ ਨੇ ਕਿਸੇ ਬਹਾਨੇ ਰੱਬ ਆਇਆ ਆਪ ਕਰਤਾਰ ਨਿਰੰਕਾਰ, ਅੱਖਾਂ ਦੇ ਸਾਵੇ ਬੈਠਾ ਏ। ਸੰਤ ਤਬ ਚਲਿਓ ਗਿਓ, ਨਾਨਕ ਸਦਨੇ ਆਇਓ, ਸੁੰਦਰ ਬਦਨ ਨਿਜ ਸਿੱਖ ਸੁਖ ਦਾਈਏ। ਸਭ ਨੂੰ ਨਮਸਕਾਰ ਕਰਕੇ ਰੱਬ ਦੇ ਪਿਆਰੇ ਮਰਦ ਨੂੰ ਇੱਥੋਂ ਤੁਰ ਪਏ, ਪਿੰਡੋਂ ਚਲੇ ਗਏ। ਤੇ ਗੁਰੂ ਸਾਹਿਬ ਵੀ ਬੜੀ ਦੂਰ ਤੱਕ ਉਹਨਾਂ ਨੂੰ ਛੱਡ ਕੇ ਆਏ। ਆਖਰ ਆਉਣਾ ਤੇ ਘਰ ਹੀ ਸੀ। ਫਿਰ ਸੰਤਾਂ ਮਹਾਂਪੁਰਖਾਂ ਨੂੰ ਛੱਡ ਕੇ ਮਰਦ ਦੇ ਮੁਖ ਤੇ ਬੜੀ ਖੁਸ਼ੀ ਸੀ। ਚਿਹਰਾ ਲਾਲ ਦਗਿਆ ਪਿਆ, ਪਤਾ ਨਹੀਂ ਕਿੱਡਾ ਵੱਡਾ ਸੌਦਾ ਕੱਢਿਆ। ਪ੍ਰਾਪਤੀ ਹੈ ਨਾ, ਆਪਣੇ ਪਿਆਰੇ ਰੱਬ ਦਿਆਂ ਨੂੰ ਮਿਲ ਕੇ ਆਏ ਆ। ਕਹਿੰਦੇ ਘਰੇ ਆਏ, ਬਾਪੂ ਨੇ ਵੇਖਿਆ ਵੀ ਖੁਸ਼ ਬੜਾ ਇਹ ਸੁਭਾਵਿਕ ਗੱਲ ਹੈ ਜੀ, ਸਾਡੇ ਤੇ ਹਾਸਿਆਂ ਤੇ ਵੀ ਸ਼ੱਕ ਹੁੰਦਾ ਹੈ। ਬੰਦੇ ਦੀ ਜ਼ਿੰਦਗੀ ਲੰਘਦੀ ਏ ਤਾਂ ਤੁਸੀਂ ਘਰੇ ਹੱਸਣ ਲੱਗ ਜਾਓ, ਪੁੱਛਣਗੇ ਹੱਸਿਆ ਕਿਉਂ, ਰੋਣ ਲੱਗ ਜਾਓ ਤਾਂ ਕੱਟੇ, ਰੋਂਦਾ ਕਿਉਂ ਸੀ, ਚੁੱਪ ਕਿਉਂ ਬੈਠਾ ਹੈ। ਮਤਲਬ ਜ਼ਿੰਦਗੀ ਵੀ ਸਾਡੀ ਜ਼ਿੰਦਗੀ ਨਹੀਂ ਹੈ, ਇਹ ਵੀ ਲੋਕਾਂ ਦੀ ਕਚਹਿਰੀ ਦੀ ਗੁਲਾਮ ਹੈ। ਇੱਕ ਦਿਨ ਚੁੱਪ ਹੋ ਜਾਓ, 20 ਲੋਕ ਪੁੱਛਣਗੇ ਚੁੱਪ ਕਿਉਂ ਹੈ, ਕਿਹਾ ਕਿਸੇ ਨੇ ਕੁਛ, ਹੱਸਣ ਲੱਗ ਜਾਓ, ਦੱਸ ਕਿ ਤੈਨੂੰ ਕੀ ਪਤਾ ਹੈ ਕਿਹੜੀ ਗੱਲ ਹੈ ਜਿਹਦੇ ਕਰਕੇ ਤੂੰ ਹੱਸਦਾ।
ਤੇ ਗੁਰੂ ਸਾਹਿਬ ਹੱਸਦੇ ਹੱਸਦੇ ਘਰੇ ਆਏ ਨਾ, ਖੁਸ਼ ਨਹੀਂ ਅੰਦਰੋਂ, ਬੜੇ ਆਨੰਦਿਤ ਨੇ। ਤੇ ਪਿਤਾ ਨੂੰ ਪੈ ਗਿਆ ਸ਼ੱਕ ਵੀ ਪੱਕਾ ਕਿਸੇ ਸਾਧ ਨੂੰ ਮਿਲ ਕੇ ਆਇਆ ਵੀ ਇਹਨਾਂ ਤੇ ਕੁਛ ਕੰਮ ਨੂੰ ਥੋੜਾ ਹੁੰਦਾ ਹੈ। ਜਦ ਕੋਈ ਵੇਲਣ ਮਿਲੇ, ਇਹਨੂੰ ਫਕੀਰ ਮਿਲੇ, ਫਿਰ ਬੜਾ ਖੁਸ਼ ਹੁੰਦਾ। ਬਾਪੂ ਨੇ ਵੇਖਤਾ ਲਿਆ ਪਰ ਬੁਲਾਇਆ ਕੁਛ ਨਹੀਂ। ਇੱਕ ਦਿਨ ਲੰਘਿਆ, 2 ਦਿਨ ਲੰਘਿਆ, ਪਿਤਾ ਦੀ ਬਹਾਨੇ ਲੱਭਦੇ ਆ ਵੀ ਇਹਦੀ ਖੁਸ਼ੀ ਦਾ ਰਾਜ ਕੀ ਹੈ। ਠੀਕ ਆ ਤੇ ਸਹੀ ਵੀ ਜੇ ਮੈਂ ਇਹਨੂੰ ਹੁਣ ਕੰਮ ਨੂੰ ਕਹਿਤਾ, ਉਹਦੀ ਮੱਥੇ ਵੱਟ ਪਾ ਲੈਣੇ। ਦੁਨੀਆ ਨੂੰ ਤੁਸੀਂ ਕੰਮ ਕਰਕੇ ਵਿਖਾਓ, ਤੁਹਾਡੇ ਹਾਸੇ ਵੀ ਚਲੇ ਜਾਣਗੇ। ਤੁਸੀਂ ਘਰੇ ਪੈਸੇ ਦੇਣੇ ਬੰਦ ਕਰ ਦਿਓ, ਕਮਾਈ ਦੇਣੀ ਬੰਦ ਕਰ ਦਿਓ, ਹਰ ਗੱਲ ਦੇ ਵਿੱਚ ਚੁੱਪ ਰਹਿਣਾ ਸ਼ੁਰੂ ਕਰ ਦਿਓ, ਤੁਹਾਡਾ ਚੁੱਪ ਰਹਿਣਾ ਵੀ ਗੁਨਾਹ ਹੋ ਜਾਏਗਾ, ਤੁਹਾਡਾ ਹੱਸਣਾ ਵੀ ਗੁਨਾਹ ਬਣ ਜਾਏਗਾ। ਪਰ ਪੈਸੇ ਸੁੱਟੀ ਚੱਲੋ, ਭਾਵੇਂ ਬੰਦਾ ਮਾਰ ਕੇ ਘਰੇ ਆ ਜਾਓ ਤਾਂ ਵੀ ਕਹਿੰਦੇ ਪੁੱਤ ਤੇਰੇ ਨਾਲ ਚਿੰਤਾ ਨਾ ਕਰ, ਕੁੱਟਿਆ ਠੀਕ ਹੈ। ਮਾਇਆ ਕਰਾਉਂਦੀ ਨਾ ਗੱਲਾਂ। ਫਿਰ ਹੁਣ ਜਦੋਂ ਇੱਕ ਦਿਨ ਲੰਘਿਆ, 2 ਦਿਨ ਲੰਘੇ, ਪਿਤਾ ਦਾ ਧਿਆਨ ਹੱਥ ਤੇ ਪੈ ਗਿਆ, ਕਿਉਂਕਿ ਧਿਆਨ ਹੀ ਪੁੱਤ 'ਚ ਰਹਿੰਦਾ ਸਾਰਾ ਦਿਨ। ਕਹਿੰਦੇ ਇਹਦੀ ਅੰਗੂਠੀ ਕਿੱਥੇ ਹੈ, ਛਾਪ ਕਿੱਥੇ ਹੈ? ਕਿਹਾ ਤੇ ਕੁਛ ਨਹੀਂ, ਅੰਦਰ ਭੜਕ ਗਿਆ। ਹੁਣ ਪਿਤਾ ਜੀ ਦੇ ਚਿਹਰੇ ਤੋਂ ਪਤਾ ਲੱਗਦਾ ਵੀ ਕੁਝ ਖੋਇਆ ਹੋਇਆ ਹੈ, ਕੁਝ ਗਵਾਚਿਆ ਹੋਇਆ ਹੈ। ਤੇ ਗੁਰੂ ਨਾਨਕ ਸਾਹਿਬ ਦਾ ਚਿਹਰਾ ਦੱਸਦਾ ਹੈ ਵੀ ਬਹੁਤ ਕੁਝ ਪ੍ਰਾਪਤ ਕੀਤਾ ਤੇ ਬੜਾ ਕੁਝ ਦਾਨ ਕੀਤਾ ਹੋਇਆ। ਚਿਹਰਿਆਂ ਤੋਂ ਪਤਾ ਲੱਗਦਾ। ਵੇਖ ਸਤਿਗੁਰਾਂ ਨੇ ਵੀ ਲਿਆ ਵੀ ਬਾਪੂ ਰੱਬ ਜਾਣਦੇ, ਹੱਥ ਵੇਖ ਲੈ। ਇੱਕ ਤੇ ਪਿਤਾ ਦੇਖ ਰਹੇ ਆ ਵੀ ਛਾਪ ਤੇ ਹੈ ਨਹੀਂ, ਇੱਥੇ ਲੱਭਦਾ ਲੋਟਾ ਵੀ ਨਹੀਂ, ਔਖਰ ਸਤਿਨਾਮ ਲੱਭ ਤੇ ਗੜਬਾ ਵੀ ਨਹੀਂ ਰਿਹਾ ਕਰੇ। ਕਈਆਂ ਜ਼ਿਕਰ ਕੀਤਾ ਗੜਬਾ ਚਾਂਦੀ ਦਾ ਸੀ, ਕਿਸੇ ਨੇ ਲਿਖਿਆ ਗੜਬਾ ਪਿੱਤਲ ਦਾ ਸੀ, ਚਾਹੇ ਮਿੱਟੀ ਦਾ ਹੋਵੇ, ਚੀਜ਼ ਤੇ ਕਰਦੀ ਹੈ, ਘਰੋਂ ਗਈ ਹੈ ਨਾ ਪਿਤਾ ਦੇ ਸਾਹਮਣੇ। ਪਿਤਾ ਜੀ ਹੁਣ ਬਹਾਨਾ ਲੱਭਦੇ ਫਿਰਦੇ ਆ ਵੀ ਮੈਂ ਇਹਨੂੰ ਪੁੱਛਾਂ, ਕਿਸ ਤਰੀਕੇ ਨਾਲ ਪੁੱਛਾਂ ਵੀ ਜਿਹੜਾ ਖਰਾ ਤੇ ਸੱਚਾ ਜਵਾਬ ਦੇਵੇ। ਕਾਲੂ ਕਰ ਦੇਖ ਰਹਿਓ, ਕਾਲੂ ਕਰ ਦੇਖ ਕਹਿਓ, ਕੋਪ ਮੈਂ ਬਸੀਖ, ਮੁਖ ਭਾਖੈ ਦੁਰਬਾਚ, ਅਬ ਸਾਚ ਕਹੋ ਮੋਹਿ ਕੋ। ਪਿਤਾ ਨੇ ਪਿਆਰ ਨਾਲ ਨਹੀਂ ਪੁੱਛਿਆ, ਪਹਿਲਾਂ ਆਪਣੀ ਧਰਮ ਪਤਨੀ ਨੂੰ ਪੁੱਛਿਆ ਵੀ ਇਹਦੀ ਛਾਪ ਕਿੱਥੇ, ਤੁਸੀਂ ਤਾਂ ਨਹੀਂ ਰੱਖੀ ਕਿਤੇ, ਲੋਟਾ ਕਿੱਥੇ ਆ। ਸਤਿਗੁਰਾਂ ਦੇ ਮਾਤਾ ਜੀ ਕਹਿੰਦੀ ਮੈਨੂੰ ਤਾਂ ਨਹੀਂ ਪਤਾ, ਮੇਰੀ ਗੱਲ ਤਾਂ ਵੇਖੀ ਨਹੀਂ। ਪਰ ਫਿਰ ਕਨਫਰਮ ਹੋ ਗਿਆ ਵੀ ਜੇ ਕੱਲ ਦਾ ਘਰੇ ਨਹੀਂ ਦੇਖਿਆ, ਹੀ ਦੇ ਕੇ ਆਇਆ ਸੀ। ਕਹਿੰਦੇ ਇੱਧਰ ਆਓ, ਕੋਲੇ ਬੁਲਾ ਲਿਆ ਗੁਰੂ ਸਾਹਿਬ। ਹੁਣ ਬਾਪੂ ਤੇ ਬੋਲਦਾ ਹੀ ਏਦਾਂ ਸੀ, ਗਰਵ ਸੀ, ਗੁੱਸੇ ਜਾ ਕੇ ਕਹਿੰਦਾ ਸੱਚ ਸੱਚ ਦੱਸ, ਨਹੀਂ ਮੈਥੋਂ ਬੁਰਾ ਹੋਈ ਨਹੀਂ, ਛਾਪ ਕਿੱਥੇ ਹੈ ਤੇ ਤੇਰਾ ਲੋਟਾ ਕਿੱਥੇ ਹੈ। ਮਰਦ ਨੇ ਸੋਚਿਆ ਵੀ ਲੱਗ ਗਿਆ ਪਤਾ, ਸਤਿਨਾਮ ਜਵਾਬ ਦੇਣਾ ਪੈਣਾ। ਪਿਤਾ ਨੇ ਉਹ ਛਾਪ ਬਣਵਾ ਕੇ ਦਿੱਤੀ ਹੋਈ ਹੈ। ਇਹ ਤੇ ਸੁਭਾਵਿਕ ਗੱਲ ਹੈ ਜੀ, ਜੇ ਦੁਨੀਆ ਨੂੰ ਪਰਖਣਾ ਵੀ ਸਾਨੂੰ ਕੋਈ ਕਿੰਨਾ ਕੁ ਪਿਆਰ ਕਰਦਾ ਹੈ। ਪਰਿਵਾਰ ਚੋਂ ਬਣਾਈ ਹੋਈ ਸੋਨੇ ਦੀ ਚੀਜ਼ ਸੁੱਟ ਸੱਟ ਦੋ, ਕਿਤੇ ਵੇਚ ਵੂਚ ਆਓ, ਸ਼ਾਮ ਨੂੰ ਪਤਾ ਲੱਗ ਜਾਣਾ, ਨਿਕਲ ਜਾਣੇ ਟੱਬਰ ਦੇ ਚੰਗਿਆੜੇ ਵੀ ਕੌਣ ਕੌਣ ਪਿਆਰ ਕਰਦਾ ਹੈ। ਸੋਨੇ ਦਾ ਕੜਾ ਕੋਈ ਪਰਿਵਾਰ ਦਾ ਮੈਂਬਰ ਬਣਾ ਕੇ ਦਿੰਦਾ, ਉਹਨੂੰ ਤੋੜ ਕੇ ਸੁੱਟ ਦੋ, ਗਵਾ ਦਿਓ, ਲੁਕੋ ਦਿਓ। ਮੈਂ ਕਹਿੰਦਾ ਕੁੱਟਣ ਨੂੰ ਫਿਰਨਗੇ ਵੀ ਹੈ ਕਿੱਥੇ ਆ, 20 ਕੱਢਣਗੇ ਗਾਲਾਂ, ਉਦੋਂ ਲੱਗਦਾ ਪਤਾ ਵੀ ਪਿਆਰ ਮੇਰੇ ਨਾਲ ਨਹੀਂ, ਪਿਆਰ ਤੇ ਚੀਜ਼ਾਂ ਨਾਲ ਹੈ। ਜਿੱਥੇ ਪ੍ਰੇਮ ਹੋਊਗਾ, ਅਸਲ 'ਚ ਪ੍ਰੇਮ ਪਰਿਵਾਰ ਦਾ, ਤੁਹਾਡੇ ਤੋਂ ਕੁਝ ਟੁੱਟ ਵੀ ਗਿਆ, ਉਹ ਕਹਿੰਦੇ ਕੋਈ ਨਹੀਂ ਪੁੱਤ ਤੂੰ ਠੀਕ ਹੈ ਨਾ, ਤੂੰ ਖੁਸ਼ ਹੈ ਨਾ, ਫਿਰ ਕੀ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਉਹ ਪ੍ਰੇਮ ਹੁੰਦਾ। ਤੇ ਪਿਤਾ ਜੀ ਨੇ ਜਦੋਂ ਵੇਖਿਆ ਟੁੱਟ ਕੇ ਪੈ ਗਏ, ਕਹਿੰਦੇ ਦੱਸ ਛਾਪ ਕਿੱਥੇ ਹੈ। ਮਰਦ ਨਹੀਂ ਬੋਲੇ, ਕਹਿੰਦੇ ਸੱਚ ਬੋਲੀ, ਦੱਸ ਦੇ ਮੈਨੂੰ, ਪਤਾ ਲੱਗ ਹੀ ਜਾਣਾ ਏ। ਲੋਟਾ ਤੇ ਗਵਾਈ, ਛਾਪ ਦੀਨੀ ਕੌਣ ਜਾਏ ਸੁਤ, ਸਦਾ ਦੁਖ ਦਾਇ ਮਤ, ਆਵਤ ਨਾ ਤੋਹੀ ਕੋ। ਬੋਲ ਕੇ ਦੱਸ ਛਾਪ ਦਿੱਤੀ ਕਿਹਨੂੰ ਐ, ਲੋਟਾ ਕਿਹਨੂੰ ਦੇ ਕੇ ਗੜਬਾ ਆਇਆ, ਚੱਲ ਮੇਰੇ ਨਾਲ, ਜਿਹਨੂੰ ਫੜਾਇਆ ਹੋਇਆ ਲੈ ਕੇ ਆਈਏ। ਇੰਨੀ ਗੱਲ ਕਹਿਣ ਤੋਂ ਬਾਅਦ ਕਹਿੰਦੇ ਤੂੰ ਨਾ ਕਦੇ ਸੁੱਖ ਦਿੱਤਾ, ਦੁੱਖ ਦੇਣੇ ਆ ਜਿੱਦਣ ਦਾ ਜੰਮਿਆ, ਹਰ ਵੇਲੇ ਤਸੀਹੇ ਦਿੱਤੇ ਨੇ। ਆਖੋ ਸਤਿਨਾਮ। ਸਤਿਗੁਰਾਂ ਦੇ ਪਿਤਾ ਬੋਲ ਰਹੇ ਆ, ਉੱਚੀ ਉੱਚੀ ਬੋਲੇ। ਕਹਿੰਦੇ ਗਵਾਂਢੀਆਂ ਨੇ ਦੇਖਿਆ ਵੀ ਹੋ ਕੀ ਗਿਆ। ਇੱਥੋਂ ਤੇ ਆਵਾਜ਼ ਉਦੋਂ ਆਉਂਦੀ ਜਦੋਂ ਪੁੱਤ ਕੁਝ ਦਾਨ ਕਰਕੇ ਆਉਂਦਾ, ਕੁਝ ਦੇ ਕੇ ਆਉਂਦਾ, ਫਿਰ ਲੋਕਾਂ ਲਈ ਤਮਾਸ਼ਾ ਹੁੰਦਾ। ਅੱਜ ਵੀ ਪਿੰਡਾਂ 'ਚ ਸੁਭਾਅ ਹੁੰਦਾ, ਇੱਕ ਜਣਾ ਲੜਦਾ ਨਾ, ਕੰਧਾਂ ਤੋਂ ਅੱਧਾ ਸਿਰ ਕਰ ਕਰ ਵੇਖਣਗੇ ਕੋਈ ਡੰਗ ਤਾਂ ਨਹੀਂ ਕਰੀਏ ਨਹੀਂ ਪੂਰੀ, ਮਾਰਿਆ ਮੁਰਿਆ ਤਾਂ ਨਹੀਂ ਕਿਸੇ ਦੇ। ਤੇ ਹੁਣ ਜ਼ਮਾਨਾ ਹੋਰ ਹੈ, ਸ਼ਹਿਰਾਂ 'ਚ ਵੀ ਜੋ ਦੋ ਲੜਦੇ ਹੋਣਗੇ ਨਾ ਛਡਾਉਣਾ, ਨਾ ਵਿੱਚ ਜਾਣਾ, ਕੈਮਰਾ ਟੁੱਟਿਆ ਜਾਂ ਫੋਨ ਕੱਢਣਾ, ਵੀਡੀਓ ਬਣਾਉਣ ਲੱਗ ਜਾਣਗੇ, ਵੇਖੋ ਵੇਖੋ ਬਾਈ ਗਵਾਂਢੀ ਲੜਦੇ ਆ, ਫਲਾਣਾ ਇਹ ਹੋ ਗਿਆ। ਹੁਣ ਤੇ ਜ਼ਮਾਨਾ ਇਹ ਪਾਸੇ ਆ ਗਿਆ। ਕਹਿੰਦੇ ਜਦੋਂ ਪਿਤਾ ਜੀ ਸਤਿਗੁਰਾਂ ਨੂੰ ਬੋਲੇ, ਟੁੱਟ ਕੇ ਪਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸ਼ਾਂਤ ਰਹੇ।
ਕੋਈ ਰਿਐਕਸ਼ਨ ਨਹੀਂ ਦਿੱਤਾ ਗੁੱਸੇ ਦਾ, ਨਾ ਅੱਖ ਭਰ ਕੇ ਵੇਖਿਆ, ਚੁੱਪ ਚਪੀਤੇ ਧਰਤੀ ਵੱਲ ਵੇਖੀ ਜਾਂਦੇ ਨੇ। ਪਿਤਾ ਜੋ ਮੂੰਹ ਵਿੱਚ ਆਇਆ ਉਹ ਬੋਲੇ, ਸ਼ੁਰੂ ਹੋ ਗਿਆ। ਸੇਕ ਲੱਗ ਗਿਆ, ਮੁੰਦਰੀ ਸੋਨੇ ਦੀ ਹੈ, ਛਾਪ ਸੋਨੇ ਦੀ ਹੈ। ਇਹਨੂੰ ਕੀ ਪਤਾ ਹੈ ਸੋਨਾ ਕੀ ਹੁੰਦਾ ਹੈ, ਇਹਨੂੰ ਕੀ ਪਤਾ ਹੈ ਗੜਬਾ ਕਿਹੜੇ ਰੇਟ ਆਉਂਦਾ ਹੈ, ਕਿਸ ਭਾਅ ਆਉਂਦਾ ਹੈ, ਕਦੇ ਕਮਾਇਆ ਹੋਵੇ, ਕਦੇ ਕੁਝ ਖੱਟਿਆ ਹੋਵੇ। ਇਹਨੂੰ ਪਤਾ ਹੋਵੇ ਚੀਜ਼ਾਂ ਕਿਵੇਂ ਲਿਆਈਆਂ ਤੇ ਘਰ ਕਿਵੇਂ ਬਣਾਈਦਾ। ਪਿਤਾ ਜੀ ਬੜੇ ਗਰਮ ਹੋ ਕੇ ਬੋਲਣ ਲੱਗੇ ਨੇ, ਗੁਰੂ ਸਾਹਿਬ ਚੁੱਪ ਨੇ, ਅੱਗੇ ਜੋ ਕੁਝ ਹੋਏਗਾ ਕੱਲ ਸ਼ਾਮ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।